किसान यूनियन के आगू मन्ने आ भी साडी होंद दी लड़ाई है। आलोचना करते हैं जी क्रिटिसाइज करते हैं, कहते हैं कि तुसी बार-बार स्पीचेस जो कहते हो कि जिन्हां दी ज़मीरां जागदियां ने उही आण, उहदे करके जिहड़ा रश वधे। तुसी बार-बार ये कहते हो कि जिहदी जागदी ज़मीर है वो अभी फिर तो लोग आउणगे और जिवें तुसी कहोगे उही करेंगे। तुसी कार च बैठे कहंदे वाहगुरू, तुसी आप तो हिंदू हो पर साडा कल्चर है भाई, थोड़ा मैं धर्म परिवर्तन करने ਨੂੰ ਤੁਹਾਨੂੰ थोड़ी कह रहा। ਤੁਹਾਡੀ ਕੜੀ ਆ ਉਹ ਧਰਮ ਨਾਲ ਕਿਉਂ ਜੁੜ ਜਾਂਦੀ ਹੈ? ਤੁਸੀਂ ਹਿੰਦੂ ਸਿੱਖ ਮੁਸਲਮਾਨ ਈਸਾਈ ਦੀ ਗੱਲ ਕਿਉਂ ਕਰਦੇ ਹੋ? ਦੀਪ ਸਿੱਧੂ ਕਿਉਂ ਇਹ ਚਾਹੁੰਦੇ ਨੇ ਕਿ ਜਿਵੇਂ ਮੈਂ ਕਹਿਣਾ ਉਹ ਕਿਸਾਨ ਜਥੇਬੰਦੀਆਂ ਕਰਨ, ਅਗਰ ਨਹੀਂ ਕਰਦੀਆਂ ਫਿਰ ਉਹ ਰਿਸਪੌਂਸਿਬਲ। ਯੂਥ ਨੂੰ ਲੀਡਰ ਮੰਨਦਾ ਜੀ, ਮੰਨਦਾ ਤਾਂ ਨਵੇਂ ਸ਼ਹਿਰ ਦੀ ਗੱਲ ਦੱਸਾਂ, ਤੁਹਾਡੇ ਲਈ ਖੂਨਦਾਨ ਕੈਂਪ ਲੱਗਦੇ ਰਹੇ ਨੇ ਜੀ, ਇਹ ਕਿਸੇ ਲੀਡਰ ਲਈ ਲੱਗਦੇ। ਸੋ ਤੁਸੀਂ ਉਹਨੂੰ ਇੱਕ ਚੀਜ਼ ਨੂੰ ਨਾ ਪੜੋ ਵੀ ਇਹ ਸਮਾਂ ਸੌਣ ਦਾ ਨਹੀਂ ਹੈ, ਸਮਝੋ ਗੱਲ ਨੂੰ। नहीं मैं बीजेपी के नाल सी कि सनी देओल दे नाल? सनी देओल दे नाल सी, बीजेपी दे नाल नहीं। ਅੱਗ ਦੇ ਸਿਰ ਵਾਲਿਓ, ਤੁਸੀਂ ਉੱਥੋਂ ਆਏ ਕਿਉਂ? ਤੁਸੀਂ ਰੁਕਦੇ ਜਿਹੜੇ ਸਾਡੇ ਨੌਜਵਾਨ ਉਹਨਾਂ ਨੂੰ ਸੇਵ ਕਰਦੇ। ਮੈਂ ਸਰ ਇੱਕ ਪਲੀਜ਼ ਗੱਲ, ਮੈਂ ਤੁਹਾਨੂੰ ਪਹਿਲਾਂ ਗੱਲ 26 ਤਰੀਕ ਨੂੰ ਮੈਂ ਤੁਹਾਡੀ ਗੱਲ ਦੱਸ, ਤੁਸੀਂ ਕਹਿੰਦੇ ਹੋ ਦੂਜਿਆਂ ਦੀ ਡੰਡਾ ਪਰੇਡ ਹੋਈ, ਮੇਰੇ ਸਾਹਮਣੇ ਕਿਸੇ ਦੀ ਡੰਡਾ ਪਰੇਡ ਨਹੀਂ। ਗੋਲੀਆਂ ਚੱਲੀਆਂ ਉੱਥੇ, ਮੇਰੇ ਸਾਹਮਣੇ ਕਿਸੇ ਦੀ ਕੋਈ ਗੋਲੀ ਨਹੀਂ ਚੱਲੀ। ਤੁਹਾਡੇ ਕੋਲ ਪੰਦੇਰ ਸਾਹਿਬ ਦੀ ਇਨਫੋਰਮੇਸ਼ਨ ਪਹੁੰਚ ਗਈ, ਗੋਲੀ ਚੱਲੀ ਵਾਲੀ ਇਨਫੋਰਮੇਸ਼ਨ ਨਹੀਂ ਪਹੁੰਚੀ। ਮੈਂ ਉਦੋਂ ਉੱਥੇ ਸੀ ਨਹੀਂ, ਮੈਂ ਰੈੱਡ ਫੋਰਟ ਤੋਂ ਨਿਕਲ ਗਿਆ ਸੀ 2:45 ਵਜੇ। ਤੁਸੀਂ ਜਿਹੜੀ ਗੱਡੀ ਚਾਹੇ ਉਹਦੇ ਚ ਨਹੀਂ ਗਏ, ਤੁਸੀਂ ਕਿਸੇ ਬਾਈਕ ਤੇ ਗਏ। ਸਰ ਮੈਂ ਗੱਲ ਨਹੀਂ ਕਹਿ ਰਿਹਾ, ਪੂਰਾ ਪੰਜਾਬ ਕਹਿ ਰਿਹਾ। ਪੰਜਾਬ ਨਹੀਂ ਕਹਿ ਰਿਹਾ ਹੈ ਇਹ ਗੱਲ। ਬੜਾ ਬੰਦਾ ਹੁੰਦਾ ਨਹੀਂ ਨਿਕਲ ਸਕਦਾ ਸੀ, ਮੈਂ ਤਾਂ ਫੇਰ ਪੰਜਾਬੀਆਂ ਵਾਂਗੂ ਗਾਲ ਕੱਢ ਕੇ ਗਿਆ ਉਹਨਾਂ ਨੂੰ। ਜੇ ਏਡਾ ਹੀ ਜ਼ੋਰ ਸੀ ਤਾਂ ਰੋਕ ਲੈਂਦੇ। ਆਪਸ ਚ ਗਾਲਾਂ ਕੱਢਣੀਆਂ ਹੀ ਕਿਉਂ ਬਾਈ ਜੀ? ਕਿਉਂ ਆਪਸ ਚ ਤੁਹਾਨੂੰ ਮਰ ਜਾਓ। ਮੈਂ ਤੁਸੀਂ ਇਕੱਲੇ ਹੋ, ਮੇਰੇ 25 ਬੰਦੇ ਤੁਹਾਨੂੰ ਇਕੱਲੇ ਨੂੰ ਆ ਕੇ ਪੈ ਜਾਣ, ਤੁਹਾਡਾ ਮੂੰਹ ਸਿਰ ਸੁਧਾਰ ਦੇਣ ਚੰਗੀ ਤਰ੍ਹਾਂ, ਫਿਰ ਇਹ ਬਹਾਦਰੀ ਹੋਊਗੀ। ਹੁਣ ਹਾਲ ਦੀ ਘੜੀ ਤੁਹਾਨੂੰ ਮੇਰੇ ਤੇ ਗੁੱਸਾ ਆ ਰਿਹਾ ਕਿ ਮੈਂ ਸਵਾਲ ਕਿਉਂ ਪੁੱਛ ਰਿਹਾ? ਤੁਹਾਡੇ ਤੇ ਨਹੀਂ ਗੁੱਸਾ ਆ ਰਿਹਾ। ਜਦੋਂ ਕਿਸੇ ਨੂੰ ਜਾਣਨਾ ਹੋਵੇ ਤੇ ਟੋਲਣਾ ਹੋਵੇ, ਉਹਦੇ ਨਾਲ ਬਹਿ ਕੇ ਰਾਏ ਮਸ਼ਵਰੇ ਕਰਨੇ ਪੈਂਦੇ ਆ। ਉਹਨੂੰ ਇਹ ਨਾ ਸਮਝਿਆ ਕਰੋ ਕਿ ਬਹਿਸ ਹੋ ਰਹੀ ਹੈ ਜਾਂ ਹੋ ਰਹੀ ਹੈ ਤਕਰਾਰ ਜੀ। ਜ਼ੋਰਾ ਕਦ ਜੇਲ੍ਹ ਚੋਂ ਬਾਹਰ ਆਵੇਗਾ, ਕਦ ਉਸ ਦੇ ਨਾਲ ਦਿਲ ਦੀਆਂ ਗੱਲਾਂ ਕਰਾਂਗੇ। ਤੁਸੀਂ ਲੰਬੇ ਸਮੇਂ ਤੋਂ ਕਰ ਰਹੇ ਸੀ ਇੰਤਜ਼ਾਰ ਜੀ। ਮੇਰੀ ਨਿੱਜੀ ਪ੍ਰਤੀਕਿਰਿਆ ਕੀ ਹੈ ਉਹ ਮੇਰਾ ਆਪਣਾ ਮਸਲਾ ਹੈ, ਲੇਕਿਨ ਮੈਂ ਇੰਨਾ ਜ਼ਰੂਰ ਕਹਿਣਾ ਚਾਹੁੰਦਾ, ਜਿਹੜੇ ਦੀਪ ਸਿੱਧੂ ਨੂੰ ਪਿਆਰ ਕਰਦੇ ਨੇ ਜਾਂ ਜਿਹੜੇ ਦੀਪ ਸਿੱਧੂ ਨੂੰ ਨਾ ਪਸੰਦ ਕਰਦੇ ਨੇ, ਮੈਂ ਦੋਵਾਂ ਧਿਰਾਂ ਦਾ ਕਰਦਾ ਸਤਿਕਾਰ ਜੀ। ਵੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ। ਦੋਸਤੋ ਇਸ ਸਮੇਂ ਅਸੀਂ ਦੀਪ ਸਿੱਧੂ ਉਹਨਾਂ ਨਾਲ ਮੌਜੂਦ ਆ। ਦੀਪ ਸਿੱਧੂ ਨਵਾਂ ਸ਼ਹਿਰ ਵੱਲ ਆਏ ਹੋਏ ਸੀਗੇ ਤਾਂ ਸੋਚਿਆ ਤੁਹਾਡੀ ਮੁਲਾਕਾਤ ਕਰਵਾ ਦਈਏ। ਬਹੁਤ ਸਵਾਲ ਪੁੱਛਣੇ ਨੇ ਕਿ ਦੀਪ ਸਿੱਧੂ ਥੱਕ ਚੁੱਕੇ ਨੇ ਕਿ ਫਿਰ ਤੋਂ ਅੱਗੇ ਆਉਣਗੇ। ਇਹ ਦੀਪ ਤਾਂ ਹੈ ਨੇ, ਦੀਪ ਤਾਂ ਖੁਦ ਨੇ ਕਿ ਇੱਕ ਦੀਵੇ ਨਾਲ ਹੋਰ ਦੀਪ ਵੀ ਜਗਾਉਣਗੇ। ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ, ਪਹਿਲਾਂ ਸਵਾਗਤ ਕਰਨੀ, ਫਿਰ ਕਰਾਂਗੇ ਪੂਰੀ ਗੱਲਬਾਤ। ਬਹੁਤ ਲੱਗਾ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਭਾਈ ਜੀ। ਦੀਪ ਭਾਈ ਜੀ, ਸਿੱਧੇ ਤੇ ਸਪਸ਼ਟ ਸਵਾਲ ਪੁੱਛਣਾ ਚਾਹਾਂਗਾ ਕਿਉਂਕਿ ਤੁਹਾਡਾ ਬੜਾ ਸਮਾਂ ਕੀਮਤੀ ਹੈ। ਨਹੀਂ ਜੀ, ਹਾਂਜੀ। ਵਿਰੋਧ ਬਹੁਤ ਹੋਇਆ ਤੁਹਾਡਾ, ਪਰ ਕੀ ਲੱਗਦਾ ਵਿਰੋਧ ਹੋਣਾ ਬਹੁਤ ਜ਼ਰੂਰੀ ਸੀ ਵਿਕਾਸ ਦੇ ਲਈ? ਇਹ ਤਾਂ ਤੁਸੀਂ ਆਪ ਹੀ ਜਵਾਬ ਦਿੱਤਾ ਜੀ। ਦੇਖੋ, ਜਿੱਥੇ ਸਾਡੇ 'ਚ ਵਿਚਾਰਾਂ ਦੇ ਕਈ ਵਾਰੀ ਇਹ ਹੋ ਜਾਂਦਾ ਵੀ ਵਿਰੋਧ ਵੀ ਹੁੰਦੇ ਆ, ਵਿਚਾਰਾਂ ਦੇ ਮਤਭੇਦ ਵੀ ਹੁੰਦੇ ਆ, ਫਿਰ ਅਗਲੀ ਗੱਲ ਜਿਹੜੀ ਆ ਇਹ ਵੀ ਹੋ ਜਾਂਦਾ ਵੀ ਅਸੀਂ ਉਸ ਵਿਰੋਧ 'ਚ ਕਿੱਥੇ ਜਾ ਕੇ ਖੜਨਾ, ਇਹ ਨਹੀਂ ਸਾਨੂੰ ਆਉਂਦਾ। ਵਿਰੋਧ ਕਰੋ, ਕੰਸਟਰਕਟਿਵ ਕ੍ਰਿਟਿਸਿਜ਼ਮ ਇਜ਼ ਮੋਸਟ ਵੈਲਕਮ, ਹਮੇਸ਼ਾ ਹੀ ਮੋਸਟ ਵੈਲਕਮ, ਹਨਾ। ਤੇ ਸਾਨੂੰ ਤਰੀਕਾ ਤੇ ਸਲੀਕਾ ਸਿੱਖਣਾ ਪਊਗਾ। ਸਾਨੂੰ ਭਾਸ਼ਾ ਦੇ ਵਿੱਚ ਕਿਸੇ ਨੂੰ ਕਿਵੇਂ ਇੱਜ਼ਤ ਦੇਣੀ ਆ, ਇਹ ਸਾਰੀਆਂ ਗੱਲਾਂ ਸਿੱਖਣੀਆਂ ਪੈਣਗੀਆਂ। ਮੇਰਾ ਵਿਰੋਧ ਕਰੋ ਜਾਂ ਮੈਂ ਕਿਸੇ ਦਾ ਵਿਰੋਧ ਕਰਾਂ, ਆਪਦੇ ਕਿਰਦਾਰ ਨੂੰ ਨਹੀਂ ਸਾਨੂੰ ਡੇਗਣਾ ਚਾਹੀਦਾ। ਆਪਦੇ ਕਿਰਦਾਰਾਂ ਨੂੰ ਇੰਟੈਕਟ ਰੱਖ ਕੇ ਫਿਰ ਆਪਦਾ ਨੈਰੇਟਿਵ ਆ ਜਾਂ ਆਪਦੀ ਕੋਈ ਸਾਡੀ ਆਈਡੀਓਲੋਜੀ ਆ ਉਹਨੂੰ ਅੱਗੇ ਰੱਖਣਾ ਚਾਹੀਦਾ। ਬਹੁਤ ਜ਼ਰੂਰੀ। ਮੈਂ ਸ਼ੁਰੂ ਤੋਂ ਸ਼ੁਰੂ ਕਰਦਾ ਜੀ। ਤੁਸੀਂ ਕਿਹਾ ਕਿ ਆਪਾਂ ਨੂੰ ਆਪਣਾ ਮਿਆਰ ਨਹੀਂ ਸਿੱਟਣਾ ਚਾਹੀਦਾ, ਹਰ ਇੱਕ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਪਰ ਮੈਂ ਗੱਲ ਕਰਦਾ ਜਦੋਂ ਇਹ ਕਿਸਾਨੀ ਅੰਦੋਲਨ ਸ਼ੁਰੂ ਨਹੀਂ ਹੋਇਆ ਸੀ ਜੀ, ਹਾਂਜੀ ਹਾਂਜੀ, ਜਿੰਨੇ ਕਲਾਕਾਰ ਵੀਰ ਸੀਗੇ ਉਹ ਸਾਰੇ ਇਹ ਕਹਿ ਰਹੇ ਸੀ ਕਿ ਜਿਹੜੇ ਸਾਡੇ ਕਿਸਾਨ ਆਗੂ ਅਸੀਂ ਉਹਨਾਂ ਦੇ ਪਿੱਛੇ ਆ। ਇਹ YouTube ਤੇ ਵੀਡੀਓਜ਼ ਨੇ, ਮੈਂ ਅਗਰ ਉਹਨਾਂ ਦੀ ਗੱਲਬਾਤ ਕਰਾਂ ਜਾਂ ਤੁਹਾਡੇ ਹੋਰ ਜਿਹੜੇ ਬੜੇ ਸ਼ੁਭ ਚਿੰਤਕ ਨੇ, ਮੇਰੀ ਉਹਨਾਂ ਨਾਲ ਵੀ ਗੱਲਬਾਤ ਹੋਈ। ਹਾਂਜੀ ਹਾਂਜੀ, ਜਿਹੜੇ ਕਲਾਕਾਰ ਸ਼ੁਭ ਚਿੰਤਕ ਨੇ ਉਹ ਕਹਿੰਦੇ ਨੇ ਕਿ ਇਹੋ ਜਿਹਾ ਮੋੜ ਕਿਉਂ ਆ ਗਿਆ ਕਿ ਦੀਪ ਸਿੱਧੂ ਨੂੰ ਲੱਗਣ ਲੱਗ ਪਿਆ ਕਿ ਮੈਂ ਲੀਡਰ ਆ, ਅਸੀਂ ਸਾਰੇ ਕਿਸਾਨ ਆਗੂਆਂ ਦੇ ਪਿੱਛੇ ਸੀ, ਪਰ ਦੀਪ ਸਿੱਧੂ ਨੇ ਆਪਣਾ ਅਲੱਗ ਮੋਰਚਾ ਲਾਇਆ ਔਰ ਉਹ ਕਿਸਾਨ ਆਗੂਆਂ ਨੂੰ ਸਿਖਾਉਣ ਲੱਗ ਪਏ ਕਿ ਕਿਸਾਨ ਆਗੂ ਨੂੰ ਇਵੇਂ ਕਰਨਾ ਚਾਹੀਦਾ, ਜਦ ਕਿ ਕਿਸਾਨ ਆਗੂ ਦਾ 50 ਸਾਲ ਪੁਰਾਣਾ ਤਜਰਬਾ ਹੈ ਔਰ ਦੀਪ ਸਿੱਧੂ 5 ਮਹੀਨੇ ਪਹਿਲੇ ਆਏ ਸੀ। ਬਿਲਕੁਲ ਗੱਲ ਠੀਕ ਹੈ ਜੀ। ਦੇਖੋ,
ਪਹਿਲਾਂ ਤਾਂ ਦੀਪ ਸਿੱਧੂ ਲੀਡਰ ਨਹੀਂ ਕਦੇ ਬਣਿਆ, ਲੀਡਰ ਬਣਨ ਆਇਆ ਹੀ ਨਹੀਂ ਸੀ। ਠੀਕ ਹੈ। ਜੋ ਇੱਕ ਨਵੀਂ ਪਾਲਿਸੀ ਇੰਪਲੀਮੈਂਟ ਕੀਤੀ ਨਾ, ਜਿਹਨੂੰ ਅਸੀਂ ਫਾਰਮ ਲਾਜ਼ ਕਹਿੰਦੇ ਆ ਜਾਂ ਨਵੇਂ ਖੇਤੀਬਾੜੀ ਕਾਨੂੰਨ ਕਹਿੰਦੇ ਆ, ਜੀ। ਜਦੋਂ ਸਰਕਾਰ ਨੇ ਇਹ ਇੱਥੇ ਇਹਨੂੰ ਲਾਗੂ ਕੀਤਾ, ਜੀ ਲਾਗੂ ਕਰਨ ਤੋਂ ਬਾਅਦ ਜੀ ਹੋਇਆ ਕੀ ਵੀ ਉਸ ਵੇਲੇ ਕੱਲਾ ਜਿਹੜਾ ਮਸਲਾ ਸੀ ਕਿਸਾਨ ਜਥੇਬੰਦੀਆਂ ਦਾ ਤੇ ਕਿਸਾਨ ਸਾਰੀਆਂ ਯੂਨੀਅਨਸ ਦਾ, ਜੀ ਉਹ ਕੱਲਾ ਐਮਐਸਪੀ ਦਾ ਮਸਲਾ ਫੜ ਕੇ ਬੈਠੇ ਸੀ। ਤੁਸੀਂ ਉਸ ਵੇਲੇ ਦੀਆਂ ਉਹਨਾਂ ਦੀਆਂ ਇੰਟਰਵਿਊਜ਼ ਕੱਢ ਲਓ, ਉਸ ਵੇਲੇ ਦੇ ਭਾਸ਼ਣ ਕੱਢ ਲਓ ਵੀ ਸਾਨੂੰ ਐਮਐਸਪੀ ਨਹੀਂ ਮਿਲਣੀ, ਸਾਨੂੰ ਐਮਐਸਪੀ ਇਨਸ਼ੋਰ ਕਰੋ। ਈਵਨ ਉਹਨਾਂ ਨੇ ਜਾ ਕੇ, ਜਦੋਂ ਮੈਨੂੰ ਲੱਗਦਾ ਵੀ ਬਾਦਲ ਸਾਹਿਬ ਨਾਲ ਵੀ ਮੀਟਿੰਗ ਕੀਤੀ, ਜੀ ਉਹਨਾਂ ਨਾਲ ਵੀ ਜਾ ਕੇ ਇਹ ਗੱਲ ਕਹੀ ਵੀ ਸਾਨੂੰ ਸੈਂਟਰ ਚੋਂ ਐਮਐਸਪੀ ਦਿਵਾਓ, ਕਿਉਂਕਿ ਉਹਨਾਂ ਦਾ ਸੈਂਟਰ ਸਰਕਾਰ ਨਾਲ ਉਦੋਂ ਗੱਠਜੋੜ ਸੀ। ਜੀ। ਉਹ ਬਾਅਦ ਚ ਟੁੱਟ ਗਿਆ, ਕੀ ਹੋਇਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਜੀ। ਕੱਲੇ ਐਮਐਸਪੀ ਤੇ ਖੜੇ ਕਿਸਾਨ ਯੂਨੀਅਨਸ ਦੇ ਨਾਲ ਜਦੋਂ ਕਿਸਾਨ ਭਵਨ ਚ ਮੀਟਿੰਗ ਹੋਈ ਆ, ਉਦੋਂ ਮੈਂ ਇਹ ਗੱਲ ਸਪਸ਼ਟ ਕਰਤੀ ਸੀ ਵੀ ਮੈਂ ਤੁਹਾਡੇ ਨਾਲ ਹੀ ਆ, ਕੋਈ ਵੱਖਰਾ ਨਹੀਂ ਆ, ਪਰ ਤੁਸੀਂ ਜਿਹੜਾ ਤੁਹਾਡਾ ਇੱਕ ਨਜ਼ਰੀਆ ਤੇ ਦ੍ਰਿਸ਼ਟੀਕੋਣ ਆ, ਤੁਸੀਂ ਫੈਡਰਲ ਢਾਂਚੇ ਦੀ ਗੱਲ ਕਰਨ ਲੱਗ ਪਏ। ਬਿਲਕੁਲ ਬਾਈ, ਤੁਹਾਨੂੰ ਸਮਝ ਨਹੀਂ ਪਊ, ਇਹੀ ਮੈਂ ਪਾਲਿਸੀ ਦੀ ਗੱਲ ਕਰ ਰਿਹਾ ਹਾਂ। ਪਾਲਿਸੀ ਇੱਕ ਸਰਕਾਰ ਲੈ ਕੇ ਆਈ, ਪਾਲਿਸੀ ਇੰਟਰੋਡਿਊਸ ਹੋਈ, ਅਸੀਂ ਉਸ ਪਾਲਿਸੀ ਦੇ ਅਗੇਂਸਟ ਗਏ। ਜੀ ਸਰ। ਜਦੋਂ ਤੁਸੀਂ ਪਾਲਿਸੀ ਬਣਾਉਣੇ ਹੋ, ਇਹ ਗੱਲਾਂ ਬਾਅਦ ਚ ਹੋਈਆਂ ਨਹੀਂ ਹੋਈਆਂ, ਮੈਂ ਤੁਹਾਨੂੰ ਦੱਸਦਾ ਕਿਵੇਂ ਹੋਈਆਂ। ਰਾਜੇਵਾਲ ਸਾਹਿਬ ਆਪ ਕਹਿੰਦੇ ਸਟੇਟ ਦਾ ਸਬਜੈਕਟ ਹੀ ਨਹੀਂ, ਜਿਹੜਾ ਸੈਂਟਰ ਦਾ ਸਬਜੈਕਟ ਹੀ ਨਹੀਂ, ਇਹ ਸਟੇਟ ਸਬਜੈਕਟ ਹੈ ਐਗਰੀਕਲਚਰ। ਇਹ ਕਿੱਥੋਂ ਫੈਡਰਲ ਢਾਂਚੇ ਦੀ ਗੱਲ ਹੀ ਹੈ ਨਾ ਇਹ। ਉਹਨਾਂ ਨੇ ਕਿਹਾ ਤੁਸੀਂ ਪੰਜਾਬ ਗਵਰਨਮੈਂਟ ਦਾ ਜਿਹੜਾ ਸਬਜੈਕਟ ਆ ਜਾਂ ਜਿਹੜਾ ਸੂਬਿਆਂ ਦਾ ਸਬਜੈਕਟ ਆ ਖੇਤੀਬਾੜੀ, ਉਹਦੇ ਚ ਕਿਉਂ ਤੁਸੀਂ ਇੰਟਰੂਡ ਕਰ ਰਹੇ ਹੋ, ਇੰਟਰਫੇਅਰ ਕਰ ਰਹੇ ਹੋ। ਇੱਕ ਮਿੰਟ ਜੀ। ਸੋ ਪਾਲਿਸੀ ਜਿਹੜੀ ਆ, ਉਹ ਪਾਲਿਸੀ ਅੱਜ ਤੁਸੀਂ ਇਹ 3 ਕਾਨੂੰਨ ਵਾਪਸ ਕਰਾ ਦੋਗੇ, ਕੱਲ ਨੂੰ ਨਵੀਂ ਪਾਲਿਸੀ ਫੇਰ ਕੱਢ ਦੇਣਗੇ ਉਹ। ਤੁਹਾਨੂੰ ਜੜ ਕਿੱਥੇ ਪਈ ਆ ਮਸਲੇ ਦੀ? ਇਹ ਤਾਂ ਬਿਮਾਰੀ ਦੇ ਲੱਛਣ ਆ ਜਿਹੜੇ ਆਏ ਆ, ਵੀ ਬਿਮਾਰੀ ਤੁਹਾਨੂੰ ਬੁਖਾਰ ਹੋ ਗਿਆ, ਫੋੜੇ ਹੋ ਗਏ, ਤਾਂ ਉਹਦੇ ਲੱਛਣ ਆ, ਪਰ ਬਿਮਾਰੀ ਕੀ ਆ? ਬਿਮਾਰੀ ਜੜ ਕਿੱਥੇ ਪਈ ਆ? ਇਹਦੀ ਜੜ ਪਈ ਆ ਜਿਹੜੀ ਯੂਨਿਟਰੀ ਫਾਰਮ ਆਫ ਗਵਰਨਮੈਂਟ ਆ, ਕਿਉਂਕਿ ਸਾਰੇ ਪਾਵਰ ਹੀ ਉਹਨਾਂ ਕੋਲੇ ਆ, ਸਾਰੀ ਪਾਲਿਸੀ ਮੇਕਿੰਗ ਦੀ ਪਾਵਰ ਹੀ ਉਹਨਾਂ ਕੋਲੇ ਆ। ਅੱਜ ਇਹ ਨਵੇਂ 3 ਕਾਨੂੰਨ ਆ ਗਏ, ਕੱਲ ਨੂੰ ਫੇਰ ਨਵੇਂ ਕਾਨੂੰਨ ਆ ਜਾਣਗੇ, ਅਸੀਂ ਉਹਨਾਂ ਤੇ ਲੜਦੇ ਰਹਾਂਗੇ। ਇਸ ਕਰਕੇ ਫੈਡਰਲ ਢਾਂਚੇ ਦੀ ਗੱਲ ਸ਼ੁਰੂ ਕੀਤੀ। ਕਿਉਂ ਇਹ ਫੈਡਰਲ ਢਾਂਚੇ ਦੀ ਗੱਲ ਇਸ ਕਰਕੇ ਕੀਤੀ ਵੀ ਜਿਹੜੇ ਸਬਜੈਕਟ ਸਾਡੀ ਕਨਸਟੀਟਿਊਸ਼ਨ ਹੀ, ਜਦੋਂ ਭਾਰਤ ਦਾ ਸੰਵਿਧਾਨ ਡਾਕਟਰ BR ਅੰਬੇਦਕਰ ਨੇ ਘੜਿਆ ਨਾ, ਉਹਨਾਂ ਨੇ ਇਹ ਗੱਲ ਕਹਿਤੀ ਸੀ, ਔਰ ਉਹ ਫੈਡਰਲ ਸਟਰਕਚਰ ਸੀ, ਔਰ ਇਹ ਵੀ ਗੱਲ ਕਹਿਤੀ ਸੀ ਵੀ ਜਿੱਦਾਂ ਮਿਸਯੂਜ਼ ਹੋਇਆ ਇਹ, ਉਦੋਂ ਮੈਂ ਸਾੜੂੰਗਾ ਪਹਿਲਾਂ ਸਭ ਤੋਂ, ਪਰ ਉਹ ਰੋਜ਼ ਮਿਸਯੂਜ਼ ਹੋ ਰਿਹਾ। ਪਰ ਹੁਣ ਉਹਨਾਂ ਦਾ ਜਵਾਬ ਮੈਂ ਦੇ ਦਿੰਦਾ ਜੀ। ਹਾਂਜੀ। ਉਹ ਕਹਿੰਦੇ ਨੇ ਕਿ ਅੱਜ ਅਸੀਂ ਵੀ ਥਾਂਦੀ ਸਾਹਿਬ ਨੂੰ ਮਿਲਣ ਦੇ ਟੈਕਸੀ ਯੂਨੀਅਨ ਤੋਂ ਨੇ। ਹਾਂਜੀ। ਠੀਕ ਹੈ ਜੀ। ਹੁਣ ਸਪੋਜ਼ ਇਵੇਂ ਟੈਕਸੀ ਯੂਨੀਅਨ ਹੈ, ਇਵੇਂ ਆਟੋ ਯੂਨੀਅਨ ਹੈ, ਹਾਂਜੀ। ਇੱਕ ਯੂਨੀਅਨ ਆਪਣੀ ਲੜਾਈ ਲੜ ਰਹੀ ਹੈ, ਇਸੇ ਤਰ੍ਹਾਂ ਕਿਸਾਨ ਯੂਨੀਅਨ ਹੈ, ਉਹ ਆਪਣੀ ਲੜਾਈ ਲੜ ਰਹੀ ਹੈ। ਕਿਸਾਨ ਯੂਨੀਅਨ ਆਪਣੀ ਲੜਾਈ ਲੜਨ ਗਈ ਹੈ ਖੇਤਾਂ ਦੇ ਪ੍ਰਤੀ ਵੀ ਜਿਹੜੇ ਕਾਲੇ ਕਾਨੂੰਨ ਉਹ ਰੱਦ ਕਰਾਉਣੇ ਨੇ। ਹੁਣ ਇਹ ਜਿਹੜੇ ਸਵਾਲ ਤੁਸੀਂ ਪੁੱਛ ਰਹੇ ਹੋ, ਇਹ ਪੋਲੀਟੀਕਲ ਪਾਰਟੀਆਂ ਦੇ ਸਵਾਲ ਨੇ, ਨਾ ਕਿ ਕਿਸਾਨ ਯੂਨੀਅਨ ਪੁੱਛੇ ਜਾਣ ਚਾਹੀਦੇ। ਇੱਕ ਮਿੰਟ ਮੈਂ ਤੁਹਾਨੂੰ ਗੱਲ ਦੱਸਦਾ ਜੀ। ਇਹੀ ਗੱਲ ਦਾ ਫਰਕ ਹੈ ਇੱਥੇ। ਕਿਸਾਨ ਯੂਨੀਅਨ ਆਪਦੀ ਲੜਾਈ ਨਹੀਂ ਲੜ ਰਹੀ, ਪੰਜਾਬ ਆਪਦੀ ਹੋਂਦ ਦੀ ਲੜਾਈ ਲੜ ਰਿਹਾ। ਇਹ ਗੱਲ ਸਮਝੋ। ਇਹ ਵੀ ਤੁਹਾਡੇ ਨਾਲ ਗੱਲਾਂ ਕਰ ਰਹੇ ਹੋ। ਇੱਕ ਮਿੰਟ ਮੈਂ ਤੁਹਾਨੂੰ ਦੱਸਦਾ, ਇਹ ਨੈਰੇਟਿਵ ਤਾਂ ਜਿਹੜਾ ਇੱਥੋਂ ਜਦੋਂ ਪੰਜਾਬ 'ਚ ਸੀ ਨਾ ਜੀ, MSP ਤੋਂ ਲੈ ਕੇ ਹੋਂਦ ਤੱਕ ਕਿਸਾਨ ਯੂਨੀਅਨ ਦੇ ਆਗੂ ਮੰਨੇ ਆ ਵੀ ਸਾਡੀ ਹੋਂਦ ਦੀ ਲੜਾਈ ਆ। ਮੇਰੇ ਨਾਲ ਗੱਲਾਂ ਨਹੀਂ ਕਰ ਰਹੇ, ਇਹ ਤਾਂ ਸਾਡਾ ਯੂਥ, ਸਾਡੇ ਕਲਾਕਾਰ, ਸਾਡੇ ਨਿਹੰਗ ਸਿੰਘ ਜਥੇਬੰਦੀਆਂ ਹੋਣ, ਸਾਡੇ ਐਜੂਕੇਸ਼ਨਿਸਟ ਹੋਣ, ਪ੍ਰੋਫੈਸਰ ਹੋਣ, ਡਾਕਟਰ ਹੋਣ, ਹਰ ਬੰਦੇ ਨੇ ਇਹ ਗੱਲ ਮੰਨੀ ਆ। ਕਿਉਂ? ਉਹਨਾਂ ਨੂੰ ਗੱਲ ਮਸਲਾ ਖੇਤੀਬਾੜੀ ਦਾ, ਖੇਤੀਬਾੜੀ ਕਿਸ ਚੀਜ਼ ਨਾਲ ਜੁੜੀ ਆ? ਧਰਤੀ ਨਾਲ ਜੁੜੀ ਆ, ਸਾਡੀ ਕਿਰਤ ਨਾਲ ਜੁੜੀ ਆ। ਪੰਜਾਬ ਅੱਜ ਵੀ ਪਿੰਡਾਂ 'ਚ ਵਸਦਾ, ਉਸ ਖੇਤੀਬਾੜੀ ਤੋਂ ਇੱਕ ਕਲਚਰ ਵਿਕਸਿਤ ਹੋਇਆ, ਇਹਨੂੰ ਸਮਝੋ ਤੁਸੀਂ, ਇੱਕ ਜੀਵਨ ਸ਼ੈਲੀ ਵਿਕਸਿਤ ਹੋਈ ਆ। ਜਦੋਂ ਉਸ ਖੇਤੀਬਾੜੀ ਨੂੰ ਤੁਸੀਂ ਅੱਜ ਆ ਕੇ ਕੰਟਰੋਲ ਕਰੋਗੇ, ਉਹ ਸਾਰੀ ਜੀਵਨ ਸ਼ੈਲੀ, ਉਹ ਸਾਰਾ ਕਲਚਰ, ਉਹਨੇ ਪ੍ਰਭਾਵਿਤ ਹੋਣਾ ਹੀ ਹੋਣਾ। ਪਰ ਸਿੱਧੂ ਸਾਹਿਬ ਜਿਹੜੀ ਗੱਲ ਕਰ ਰਹੇ ਨਾ, ਉਹ ਇਹ ਵੀ ਕਹਿ ਰਹੇ ਕਿਸਾਨ ਆਗੂ ਕਿ ਠੀਕ ਹੈ ਤੁਸੀਂ ਫੈਡਰਲ ਢਾਂਚੇ ਦੀ ਗੱਲ ਕਰ ਰਹੇ ਹੋ, ਜਿਵੇਂ ਤੁਸੀਂ ਕਿਹਾ ਕਿ ਲੱਛਣ ਆ, ਪਰ ਸਿੱਧੂ ਸਾਹਿਬ ਜਿਹੜੇ ਹੁਣ ਇੱਥੇ ਹਰਿਆਣੇ ਵਾਲੇ ਵੀਰ ਬੈਠੇ ਨੇ, ਜਿਹੜੇ ਉੱਥੇ ਯੂਪੀ ਤੋਂ ਆਏ ਨੇ, ਉਹਨਾਂ ਦੇ ਸਾਹਮਣੇ ਅਗਰ ਅਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ ਹਾਂ, ਤਾਂ ਉਹ ਸਾਡਾ ਪਰਸਨਲ ਮੈਟਰ ਹੈ, ਸਟੇਟ ਗਵਰਨਮੈਂਟ ਸਾਡਾ ਪੰਜਾਬ ਦਾ ਨਹੀਂ, ਪਰਸਨਲ ਨਹੀਂ ਹੈ। ਤੇ ਤੁਸੀਂ ਗੱਲ ਨੂੰ ਸਮਝੋ। ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਲੈ ਕੇ ਤੁਸੀਂ ਜਦੋਂ ਫੈਡਰਲ ਢਾਂਚੇ ਦੀ ਗੱਲ ਹੁੰਦੀ ਹੈ, ਤਾਂ ਤੁਸੀਂ ਸਿੱਧਾ ਉਹਨੂੰ ਜੋੜ ਦਿੰਦੇ ਹੋ ਅਨੰਦਪੁਰ ਸਾਹਿਬ ਦੇ ਮਤੇ ਤੇ। ਇਹ ਗੱਲ ਨੂੰ ਤੁਸੀਂ ਸਮਝਣਾ ਸਿੱਖੋ। ਕੋਈ ਅਨੰਦਪੁਰ ਸਾਹਿਬ ਦੇ ਮਤੇ 'ਚ ਜਿਹੜੀ ਗੱਲ ਹੋਈ ਸੀ, ਉਹ ਕੱਲੀ ਪੰਜਾਬ ਤੱਕ ਸੀਮਿਤ ਨਹੀਂ ਸੀ। ਠੀਕ ਹੈ। ਪੰਜਾਬ ਦੀਆਂ ਮੰਗਾਂ ਜ਼ਰੂਰ ਹੋ ਸਕਦੀਆਂ, ਪਰ ਪੰਜਾਬ ਤੱਕ ਸੀਮਿਤ ਨਹੀਂ ਸੀ। ਉਹਨੂੰ ਸ਼੍ਰੀ ਅਨੰਦਪੁਰ ਸਾਹਿਬ ਨਾਲ ਜੋੜ ਦਿੱਤਾ ਜਾਣਾ, ਉਹਨੂੰ ਕਿਸੇ ਧਰਮ ਨਾਲ ਜੋੜ ਦਿੱਤਾ ਜਾਣਾ, ਉਹਨੂੰ ਖਾਸ ਤਰ੍ਹਾਂ ਦੇ ਫੇਥ ਨਾਲ ਜੋੜ ਦਿੱਤਾ ਜਾਣਾ,
ਉਹ ਵੀ ਉਦੋਂ ਵੀ ਪੋਲੀਟੀਕਲ ਸਟਰਗਲ ਸੀ ਉਹ। ਪਰ ਇਸ ਕਿਸਾਨ ਅੰਦੋਲਨ ਵਿੱਚ ਤਾਂ ਲੱਗਦਾ ਸਾਰੀਆਂ ਚੀਜ਼ਾਂ ਪੋਸੀਬਲ ਸੀ ਕਿ ਭਾਈ ਪੂਰੇ ਹਿੰਦੁਸਤਾਨ ਦੇ ਜਿਹੜੇ ਅਲੱਗ-ਅਲੱਗ ਸੂਬੇ ਨੂੰ ਰਾਈਟਸ ਦਿਵਾ ਸਕਦੇ। ਇੱਕ ਚੀਜ਼ ਹੋਰ ਕਹਿੰਦੇ ਨੇ ਜਿਹੜੇ ਤੁਸੀਂ ਧਾਰਮਿਕ ਗੱਲਾਂ ਕਰਦੇ ਹੋ, ਉਹ ਕਹਿੰਦੇ ਨੇ, ਆਲੋਚਨਾ ਕਰਦੇ ਨੇ ਜਿਹੜੀ ਤੁਹਾਡੀ, ਜਿਹੜੇ ਕ੍ਰਿਟਿਸਾਈਜ਼ ਕਰਦੇ ਨੇ, ਉਹ ਕਹਿੰਦੇ ਨੇ ਕਿ ਤੁਸੀਂ ਬਾਰ-ਬਾਰ ਸਪੀਚਸ ਵਿੱਚ ਇਹ ਕਹਿੰਦੇ ਹੋ ਕਿ ਜਿਨ੍ਹਾਂ ਦੀ ਜ਼ਮੀਰਾਂ ਜਾਗਦੀਆਂ ਨੇ ਉਹੀ ਆਣ, ਉਹਦੇ ਕਰਕੇ ਜਿਹੜਾ ਰਸ਼ ਵਧਿਆ, ਉਹਦੇ ਕਰਕੇ ਜਿਹੜਾ ਯੂਥ ਹੈ ਤੁਹਾਨੂੰ ਫੋਲੋ ਕਰਨ ਲੱਗਿਆ, ਕਿਉਂਕਿ ਤੁਸੀਂ ਪੁਰਾਣੀਆਂ ਵੀਡੀਓਜ਼ ਦੇਖਦੇ ਹੋ। ਜਿਹੜੇ ਉਹਨਾਂ ਦਾ ਕਹਿਣਾ, ਮੈਂ ਤੁਹਾਡਾ ਜਵਾਬ ਚਾਹੁੰਦਾ, ਸਪੈਸੀਫਿਕ ਚਾਹੁੰਦਾ, ਤਾਂ ਕਿ ਜਿਹੜੇ ਤੁਹਾਡੇ ਅਗੇਂਸਟ ਨੇ ਉਹ ਵੀ ਜਾਣਨ ਕਿ ਤੁਹਾਡੇ ਦਿਲ 'ਚ ਐਕਚੁਅਲ ਹੈ ਕੀ ਆ। ਹਾਂਜੀ ਹਾਂਜੀ। ਤੁਸੀਂ ਬਾਰ-ਬਾਰ ਇਹ ਕਹਿੰਦੇ ਹੋ ਕਿ ਜਿਹਦੀ ਜਾਗਦੀ ਜ਼ਮੀਰ ਹੈ ਉਹ ਆਵੇ, ਫਿਰ ਤਾਂ ਲੋਕ ਆਉਣਗੇ ਹੀ, ਔਰ ਜਿਵੇਂ ਤੁਸੀਂ ਕਹੋਗੇ ਉਹ ਹੀ ਕਰਨਗੇ। ਨਹੀਂ ਬਈ, ਐ ਨਹੀਂ ਹੁੰਦਾ। ਦੇਖੋ ਇਹ ਨਹੀਂ ਹੁੰਦਾ। ਲੋਕਾਂ ਇਮੋਸ਼ਨਲ ਨੇ ਆਪਣੇ ਪੰਜਾਬੀ, ਇਹ ਚੀਜ਼ ਵੀ ਸਮਝੋ। ਦੇਖੋ ਜਜ਼ਬਾਤੀ ਸਾਰੇ ਇਕੱਲੇ ਪੰਜਾਬੀ ਜਜ਼ਬਾਤੀ ਆ, ਇਨਸਾਨ ਹੀ ਜਜ਼ਬਾਤੀ ਆ। ਜਿੱਥੇ ਕਿਤੇ ਇਨਸਾਨੀਅਤ ਵਸਦੀ ਆ ਉੱਥੇ ਜਜ਼ਬਾਤ ਹੀ ਵਸਦੇ ਆ। ਹੁਣ ਜਦੋਂ ਜਾਗਦੀ ਜ਼ਮੀਰ ਦੀ ਕਿਉਂ ਗੱਲ ਕਰਦਾ ਮੈਂ, ਜਿਹੜਾ ਕੈਪੀਟਲਿਜ਼ਮ ਆ ਜਾਂ ਕੰਜ਼ਿਊਮਰਿਜ਼ਮ ਆ, ਜਦੋਂ ਕੈਪੀਟਲਿਜ਼ਮ ਜਿੱਥੇ ਕਿਤੇ ਵੜ ਜਾਂਦਾ ਨਾ, ਉੱਥੇ ਤੁਹਾਡੀਆਂ ਵੈਲਿਊਜ਼, ਤੁਹਾਡਾ ਵੈਲਿਊ ਸਿਸਟਮ, ਤੁਹਾਡੀਆਂ ਇੰਸਟੀਟਿਊਸ਼ਨਸ, ਜਿਹੜੇ ਫੈਮਿਲੀ ਇੰਸਟੀਟਿਊਸ਼ਨ, ਤੁਹਾਡੇ ਕਲਚਰਲ ਇੰਸਟੀਟਿਊਸ਼ਨਸ, ਤੁਹਾਡੇ ਰਿਲੀਜੀਅਸ ਇੰਸਟੀਟਿਊਸ਼ਨ, ਸਭ ਖਾ ਜਾਂਦਾ, ਖਤਮ ਕਰ ਦਿੰਦਾ। ਇਸੇ ਕੈਪੀਟਲਿਜ਼ਮ ਨੇ ਸਾਨੂੰ ਵੀ ਗਰਕਤਾ। ਤੇ ਵੱਡ ਵਡੇਰਿਆਂ ਨੇ, ਜਿੱਥੇ ਸਾਡੇ ਰਹਿਬਰਾਂ ਨੇ, ਪੈਗੰਬਰਾਂ ਨੇ ਸਾਨੂੰ ਲਾਇਆ ਸੀ, ਜਿਨ੍ਹਾਂ ਅਮਲਾਂ ਤੇ ਲਾਇਆ ਸੀ, ਉਹਨਾਂ ਤੋਂ ਦੂਰ ਕਰਤਾ। ਜੇ ਗੁਰੂ ਨਾਨਕ ਸਾਹਿਬ ਅੱਜ ਜਗਤ ਗੁਰੂ ਦੀ ਗੱਲ ਕਰਦੇ ਆ, ਹੁਣ ਤੁਸੀਂ ਕਾਰ 'ਚ ਬੈਠੇ ਹੀ ਕਹਿੰਦੇ ਵਾਹਿਗੁਰੂ, ਤੁਸੀਂ ਆਪ ਤਾਂ ਹਿੰਦੂ ਹੋ, ਪਰ ਸਾਡਾ ਕਲਚਰ ਆ ਇਹ ਭਾਈ। ਤੁਹਾਡਾ ਮੈਂ ਧਰਮ ਪਰਿਵਰਤਨ ਕਰਨ ਨੂੰ ਤੁਹਾਨੂੰ ਥੋੜੀ ਕਹਿ ਰਿਹਾ। ਮੇਰੇ ਤੁਸੀਂ ਵੀ ਓਨੇ ਹੀ ਹੋ ਤੇ ਦੂਜੇ ਬੰਦੇ ਵੀ ਓਨੇ ਹੀ ਆ। ਮੈਂ ਜੇ ਆਪ ਦੀ ਗੱਲ ਕਰਾਂ ਤਾਂ, ਪਰ ਸਾਡੇ ਇਸ ਕਲਚਰ 'ਚ ਤੁਸੀਂ ਨਿਸ਼ਾਨ ਸਾਹਿਬ ਨੂੰ ਵੀ ਮੱਥਾ ਟੇਕਦੇ ਹੋਵੋਗੇ। ਇਹ ਸਾਡਾ ਕਲਚਰ ਆ, ਉਹ ਧਾਰਮਿਕ। ਚਲੋ ਤੁਸੀਂ ਕਹਿਤਾ ਨਾ ਮੈਂ ਹਿੰਦੂ, ਨਾ ਮੈਂ ਮੁਸਲਮਾਨ, ਨਾ ਮੈਂ ਸਿੱਖ, ਨਾ ਮੈਂ ਈਸਾਈ, ਮੈਂ ਤਾਂ ਸਾਰਿਆਂ ਦਾ ਭਾਈ। ਬਾਈ ਜੀ ਬਿਲਕੁਲ, ਇਹਦੇ 'ਚ ਕੋਈ ਸ਼ੱਕ ਹੀ ਨਹੀਂ। ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਸਾਡੇ ਜਿਹੜੇ ਬੰਦੇ ਆ, ਕੱਲ ਨੂੰ ਮੰਨ ਲਓ ਪੰਜਾਬ 'ਚ ਹਿੰਦੂਆਂ ਨਾਲ ਧੱਕਾ ਹੁੰਦਾ, ਦੀਪ ਸਿੱਧੂ ਨਾਲ ਖੜਾ ਹੋਊ ਤੁਹਾਡੇ। ਗੱਲ ਸਰ ਉਹੀ ਹੈ, ਤੁਹਾਡੀ ਜਿਹੜੀ ਤੁਹਾਡੀ ਕੜੀ ਆ ਉਹ ਧਰਮ ਨਾਲ ਕਿਉਂ ਜੁੜ ਜਾਂਦੀ ਹੈ? ਤੁਸੀਂ ਹਿੰਦੂ, ਸਿੱਖ, ਮੁਸਲਮਾਨ, ਈਸਾਈ ਦੀ ਗੱਲ ਕਿਉਂ ਕਰਦੇ ਹੋ? ਧਰਮ ਪੰਜਾਬੀ ਦੀ ਗੱਲ ਕਿਉਂ ਨਹੀਂ ਕਰਦੇ? ਪੰਜਾਬੀ ਇਹ ਬਹੁਤ ਸਾਨੂੰ ਗੱਲ ਸਿੱਖਣੀ ਪਊਗੀ। ਦੇਖੋ ਗੁਰੂ ਪਾਤਸ਼ਾਹ ਨੇ ਕਦੀ ਇਹ ਚੀਜ਼ ਕਿਤੇ ਦਰਜ ਨਹੀਂ ਕੀਤੀ ਕਿ ਅਸੀਂ ਫਲਾਣੇ ਦੀ ਹੈਲਪ ਕੀਤੀ, ਫਲਾਣੇ ਦੀ ਮਦਦ। ਨਹੀਂ, ਆਪਾਂ ਗੱਲ ਅਸੀਂ ਇਨਸਾਨ ਹੀ ਕਿਉਂ ਕਰਦੇ? ਨਹੀਂ, ਦੇਖੋ ਧਰਮ ਹੀ ਤੁਹਾਨੂੰ ਇੱਕ ਚੰਗੇ ਜਿਹੜੇ ਆਦਰਸ਼ ਤੇ ਚੰਗੇ ਕਿਰਦਾਰਾਂ ਵੱਲ ਲੈ ਕੇ ਜਾਂਦਾ। ਹਾਂਜੀ, ਦੀਪ ਸਿੱਧੂ ਨੂੰ ਕਿਉਂ ਲੱਗਦਾ ਸੀ, ਸਟਾਰਟਿੰਗ ਦੀ ਗੱਲ ਕਰਦੇ ਮੈਂ ਤੇ ਚਾਹੁੰਦਾ ਕਿ ਜਿਹੜੇ ਮਨ 'ਚ ਲੋਕਾਂ ਦੇ ਸ਼ੰਕੇ ਨੇ, ਹਾਂਜੀ ਕੋਈ ਗੱਲ ਨਿਵਰਤੀ ਹੋਣੀ ਚਾਹੀਦੀ, ਜਿਹੜੇ ਡਾਊਟਸ ਨੇ। ਕਿਉਂਕਿ ਅਗਰ ਮੈਂ ਦੀਪ ਸਿੱਧੂ ਨੂੰ ਪਿਆਰ ਕਰਦਾ ਤਾਂ ਮੈਂ ਸੱਚੇ ਦਿਲੋਂ ਕਰਾਂ, ਮੇਰੇ ਮਨ 'ਚ ਕੋਈ ਡਾਊਟ ਨਾ ਹੋਵੇ। ਐਬਸੋਲੂਟਲੀ ਠੀਕ ਹੈ ਨਾ ਜੀ। ਉਸ ਸਵਾਲ ਮੈਂ ਪੁੱਛਦਾ ਕਿ ਲੀਡਰ ਨੇ ਜਿਹੜੇ ਤੁਸੀਂ ਉਹਨਾਂ ਨੂੰ ਇਰਰਿਸਪੌਂਸਿਬਲ ਕਹਿੰਦੇ ਹੋ, ਉਹਦਾ ਕਾਰਨ ਕੀ ਹੈ? ਜਦ ਤੁਸੀਂ ਵਜ਼ੀਰ ਹੋ, ਨਹੀਂ ਤਾਂ ਜਿਹੜੇ ਵਜ਼ੀਰ ਨੇ, ਜਿਹੜੇ ਆਗੂ ਨੇ, ਜਿਹੜੇ ਲੀਡਰਸ਼ਿਪ ਜਿਨ੍ਹਾਂ ਨੇ ਘੜੀ ਹੈ ਸਾਰੀ, ਜਿਨ੍ਹਾਂ ਨੇ ਕਿਸਾਨੀ ਅੰਦੋਲਨ ਤਿਆਰ ਕੀਤਾ, ਦੀਪ ਸਿੱਧੂ ਨੇ ਕਿਸਾਨੀ ਅੰਦੋਲਨ ਤਿਆਰ ਨਹੀਂ ਕੀਤਾ, ਜਿਨ੍ਹਾਂ ਨੇ ਕੀਤਾ, ਇਹ ਉਹਨਾਂ ਨੇ ਫਾਈਨਲ ਕਰਨਾ ਸੀ ਕਿ ਕਿਹੜੇ ਰੂਟ ਤੇ ਜਾਣਾ, ਕਿਹੜੇ ਰੂਟ ਤੇ ਨਹੀਂ ਜਾਣਾ। ਕਈ ਵੇਲੇ ਜਿਹੜੇ ਜਰਨੈਲ ਹੁੰਦੇ ਉਹਨਾਂ ਨੂੰ ਦੇਖਣਾ ਪੈਂਦਾ ਕਿ ਅਗਰ ਅਸੀਂ ਪਹਾੜੀ ਚੜ੍ਹਨੀ ਹੈ, ਅਗਰ ਰਸਤਾ ਤੈਅ ਕਰਨਾ, ਪਹਾੜੀ ਚੜ੍ਹ ਕੇ ਕਰਨਾ ਕਿ ਪੈਦਲ ਕਰਨਾ ਕਿ ਕਿਸੇ ਵਹੀਕਲ ਤੇ ਕਰਨਾ। ਦੀਪ ਸਿੱਧੂ ਕਿਉਂ ਇਹ ਚਾਹੁੰਦੇ ਨੇ ਕਿ ਜਿਵੇਂ ਮੈਂ ਕਹਿੰਦਾ ਉਵੇਂ ਕਿਸਾਨ ਜਥੇਬੰਦੀਆਂ ਕਰਨ, ਅਗਰ ਨਹੀਂ ਕਰਦੀਆਂ ਫਿਰ ਉਹ ਇਰਰਿਸਪੌਂਸਿਬਲ। ਇੱਕ ਮਿੰਟ, ਪਹਿਲੀ ਗੱਲ ਤਾਂ ਇਹ ਤੁਹਾਡੀ ਗੱਲ ਗਲਤ ਹੈ ਵੀ ਮੈਂ ਉਹਨਾਂ ਨੂੰ ਇਹ ਕਹਿਣਾ ਉਹ ਇਰਰਿਸਪੌਂਸਿਬਲ ਆ। ਬਹੁਤ ਇੰਟਰਵਿਊਜ਼ ਨੇ ਦਿਖਾਈਆਂ ਜਿਹਨਾਂ ਵਿੱਚ ਰਿਸਪੌਂਸਿਬਿਲਟੀ ਤੇ ਇਰਰਿਸਪੌਂਸਿਬਲ ਹੋਣਾ ਦੋ ਵੱਖਰੀਆਂ ਗੱਲਾਂ। ਠੀਕ ਆ। ਇਰਰਿਸਪੌਂਸਿਬਿਲਟੀ ਕੀ ਆ ਉਹਨਾਂ ਦੀ? ਜਦੋਂ 26 ਜਨਵਰੀ ਨੂੰ ਅਸੀਂ ਗਏ ਆ, ਉਦੋਂ ਪਹਿਲਾਂ ਮੈਂ 26 ਨਵੰਬਰ ਦੀ ਗੱਲ ਕਰਦਾ। 26 ਨਵੰਬਰ ਨੂੰ ਅਸੀਂ ਦਿੱਲੀ ਜਾਣ ਦੀ ਕਾਲ ਸੀ, ਦੀਪ ਸਿੱਧੂ ਦੀ ਕਾਲ ਤਾਂ ਨਹੀਂ ਸੀ, ਕਿਸਾਨ ਜਥੇਬੰਦੀਆਂ ਦੀ ਕਾਲ ਸੀ। ਉੱਥੇ ਜਾ ਕੇ 2 ਦਿਨਾਂ ਬਾਅਦ ਕਿਸਾਨ ਜਥੇਬੰਦੀਆਂ ਉੱਥੇ ਪਹੁੰਚੀਆਂ। ਉੱਥੇ ਨੌਜਵਾਨਾਂ ਨੇ ਸਟੇਜ ਲਾ ਕੇ ਸਿੰਘੂ ਤੇ ਔਰ ਕਹਿ ਕੀ ਰਹੀਆਂ ਸੀ, ਪਹਿਲਾਂ ਇਹ ਕਹਿੰਦੇ ਸੀ, ਉਗਰਾਹਾਂ ਸਾਹਿਬ ਦੀ ਅੱਜ ਵੀ ਸਟੇਟਮੈਂਟ ਚੱਕ ਕੇ ਦੇਖ ਲਓ, ਤੇ ਇੱਥੇ ਵੀ ਜਿੱਥੇ ਸਾਨੂੰ ਰੋਕੇ ਅਸੀਂ ਉੱਥੇ ਬਹਿ ਜਾਾਂਗੇ। ਕੋਈ ਪਲਾਨ ਨਹੀਂ ਸੀ ਦਿੱਲੀ, ਅੱਛਾ ਦਿੱਲੀ ਜਾਣ ਦੀ ਕਾਲ ਆ ਤੇ ਉਹ ਤੁਸੀਂ ਜਿੱਥੇ ਰੋਕਿਆ ਉੱਥੇ ਬਹਿ ਜਾਓਗੇ। ਹੁਣ ਲੋਕਾਂ 'ਚ ਉਹ ਤੁਹਾਨੂੰ ਸਮਝ ਨਹੀਂ ਆ ਰਿਹਾ। ਤੁਸੀਂ ਉਸ ਉਦੋਂ ਵੀ ਨੌਜਵਾਨ ਹੀ ਲੈ ਕੇ ਗਏ ਆ ਦਿੱਲੀ, ਫਿਰ ਤੁਸੀਂ ਉੱਥੇ ਜਾ ਕੇ ਬਿਆਨ ਦਿੱਤੇ ਵੀ ਬੁਰਾੜੀ ਬਹਿ ਜਾਓ, ਜਾ ਕੇ ਸਰਕਾਰ ਕਹਿ ਰਹੀ ਹੈ ਬੁਰਾੜੀ ਬਹਿ ਜਾਓ, ਤੇ ਉਦੋਂ ਨੌਜਵਾਨਾਂ ਨੇ ਉੱਥੇ ਸਿੰਘੂ ਤੇ ਸਟੇਜ ਲਾ ਕੇ ਇਹਨਾਂ ਦੇ ਹੱਥ 'ਚ ਫੜਾਤੀ। ਤੁਹਾਨੂੰ ਉਦੋਂ ਵੀ ਸਮਝ ਨਹੀਂ ਆਈ ਵੀ ਰੌਂ ਕਿੱਧਰ ਨੂੰ ਆ। ਉਹੀ ਨੌਜਵਾਨਾਂ ਨੇ ਸਟੇਜ 'ਤੇ ਤੁਹਾਨੂੰ ਫੜਾ। ਨਹੀਂ ਬਾਈ ਜੀ, ਕਿਸੇ ਨੇ ਨਹੀਂ ਫੜਾਈ। 25 ਨੂੰ ਸਾਨੂੰ ਉੱਥੇ ਬੁਲਾਇਆ ਗਿਆ ਫੋਨ ਕਰਕੇ, 25 ਜਨਵਰੀ ਨੂੰ, ਵੀ ਆ ਕੇ ਸਮਾਂ ਸੰਭਾਲੋ। ਔਰ ਉਹ ਸੰਭਾਲੋ ਕਿਉਂ? ਫਿਰ ਇਰਰਿਸਪੌਂਸਿਬਿਲਟੀ ਲੀਡਰਸ ਦੀ ਸੰਭਾਲੋ। ਤੇ ਤੁਸੀਂ ਸੁਣੋ, ਯਾਦ ਹੈ ਮੈਂ ਤੁਹਾਡੀ ਵੀਡੀਓ ਦੇਖਦਾ ਹਾਂ। ਬਿਲਕੁਲ ਦੇਖੋ, ਬਿਲਕੁਲ ਇੱਕ ਲਫ਼ਜ਼ ਤੁਹਾਨੂੰ ਦੱਸੂਗਾ ਵੀ ਕੀ ਕੀਤਾ ਉੱਥੇ, ਹਨਾ। ਅਗਲੀ ਗੱਲ, ਜਦੋਂ 25 ਤਰੀਕ ਨੂੰ ਤੁਸੀਂ 3 ਦਿਨ ਪਹਿਲਾਂ
ਸਰਕਾਰ ਨਾਲ ਸਹਿਮਤ ਹੋ ਜਾਂਦੇ ਹੋ, ਲੋਕਾਂ ਨੂੰ ਇਹ ਕਹਿ ਕੇ ਬੁਲਾਉਣੇ ਹੋ ਵੀ ਰਿੰਗ ਰੋਡ ਇਹ ਮੰਨਦੇ ਹੋ ਤੁਸੀਂ? ਬਿਲਕੁਲ ਜੀ। ਹਨਾ 3 ਦਿਨ ਪਹਿਲਾਂ ਤੁਸੀਂ ਸਹਿਮਤ ਹੋ ਜਾਂਦੇ ਹੋ ਵੀ ਨਹੀਂ ਹਾਂ ਕੋਈ ਨਹੀਂ, ਜਿੱਥੇ ਜਿਵੇਂ ਤੁਸੀਂ ਕਹੋਗੇ ਉਸ ਰੂਟ ਤੇ ਲੈ ਕੇ ਜਾਣਾ। ਉਹ 3 ਦਿਨ ਅਨਾਉਂਸ ਨਹੀਂ ਕਰਦੇ, 25 ਸ਼ਾਮ ਨੂੰ ਅਨਾਉਂਸ ਕੀਤਾ। 25 ਸ਼ਾਮ ਨੂੰ ਜਦੋਂ ਅਨਾਉਂਸ ਕੀਤਾ, ਇੱਕ ਮਿੰਟ ਸੁਣੋ, ਉਦੋਂ ਵਿਰੋਧ ਹੋਇਆ ਇਸ ਗੱਲ ਦਾ, ਵਿਰੋਧ ਹੋ ਕੇ ਕਿਸਾਨ ਲੀਡਰ ਉੱਥੋਂ ਭੱਜੇ ਸਟੇਜ ਤੋਂ। ਮੰਨਦੇ ਹੋ ਕਿ ਨਹੀਂ ਮੰਨਦੇ? ਨਹੀਂ, ਉਹ ਕਹਿੰਦੇ ਕਿ ਅਸੀਂ ਅਰੈਸਟ ਲਈ ਚਲੇ ਗਏ। ਅਰੈਸਟ ਗੁਰਬਾਣੀ ਚੱਲ ਰਹੀ ਸੀ ਉਹਨਾਂ ਦੀ। ਮੇਰੀ ਗੱਲ ਸੁਣੋ, ਬਿਆਨ ਸੁਣ ਮੇਰੀ ਗੱਲ ਸੁਣੋ ਜੀ। ਇਹ ਕਿੱਡੀ ਕੁ ਗੱਲ ਆਪਾਂ ਮੰਨਣਯੋਗ ਹੈਗੀ ਆ ਵੀ ਐਡਾ ਵੱਡਾ ਕਨਫਲਿਕਟ ਖੜਾ ਹੋ ਗਿਆ? ਇਹ ਕਹਿ ਰਿਹਾ ਸੀ ਕਿ ਉਸ ਵੇਲੇ ਗੁਰਬਾਣੀ ਦਾ ਪਾਠ ਚੱਲ ਰਿਹਾ ਸੀ, ਗੁਰਬਾਣੀ ਚੱਲ ਰਹੀ ਸੀ, ਇਹਨਾਂ ਨੇ ਅੱਗੇ ਬਿਹੇਵੀਅਰ ਉਹ ਗਲਤ ਸੀਗਾ, ਇਹਨਾਂ ਨੇ ਬਦਤਮੀਜ਼ੀ ਕੀਤੀ। ਹੁਣ ਉਹਨਾਂ ਨੇ ਤੁਹਾਡੇ ਤੇ ਐਲੀਗੇਸ਼ਨ ਲਾਇਆ ਸਰ। ਮੇਰੇ ਤੇ ਕੀ ਐਲੀਗੇਸ਼ਨ ਲਾਇਆ? ਮੈਂ ਤਾਂ ਉਦੋਂ ਗਿਆ ਹੀ ਨਹੀਂ, 9:30 ਤੱਕ ਤਾਂ ਮੈਂ ਉੱਥੇ ਪਹੁੰਚਿਆ ਹੀ ਨਹੀਂ ਸੀ। ਪਰ ਸਟੇਜ ਤੇ ਤੁਸੀਂ ਇਹ ਕਹਿ ਰਹੇ ਸੀ ਉੱਥੇ ਵੀ ਕਿ ਜਿਹੜੇ ਪਹਿਲਾਂ ਆਹ ਗੱਲ ਕਲੀਅਰ ਕਰੀਏ, ਉੱਥੇ ਲੋਕਾਂ 'ਚ ਅੰਦਰ ਲੋਕਾਂ ਨੂੰ ਇਹ ਲੱਗਿਆ ਸਾਡੇ ਨਾਲ ਧੋਖਾ ਹੋਇਆ। ਤੁਸੀਂ ਸਾਨੂੰ ਇਹ ਕਹਿ ਕੇ ਬੁਲਾਇਆ ਵੀ ਦਿੱਲੀ ਦੇ ਅੰਦਰ ਅਸੀਂ ਜਾ ਕੇ ਆਪਦਾ ਰੋਸ ਪ੍ਰਦਰਸ਼ਨ ਕਰਾਂਗੇ, ਟਰੈਕਟਰ ਰੈਲੀ ਕਰਾਂਗੇ। ਤੁਸੀਂ ਦਿੱਲੀ ਦੀਆਂ ਨਿਆਈਆਂ 'ਚ ਗੇੜਾ ਦੇ ਕੇ ਸਾਨੂੰ ਮੋੜ ਜਾਓਗੇ। ਥੋੜੇ ਦਿਨ ਪਹਿਲਾਂ ਇਹ ਗੇੜਾ ਤਾਂ ਅਸੀਂ KPMC ਤੇ ਵੀ ਦਿੱਤਾ, ਇਹਦੇ ਨਾਲ ਕੀ ਅਚੀਵ ਕਰ ਲਓਗੇ ਤੁਸੀਂ? ਇਸ ਗੱਲ ਤੇ ਬਹਿਸ ਸ਼ੁਰੂ ਹੋਈ, ਲੀਡਰ ਇਹ ਕਹਿ ਕੇ ਚਲੇ ਗਏ ਅਸੀਂ ਮੀਟਿੰਗ ਕਰਕੇ ਆਉਣੇ ਆ, ਤੁਹਾਨੂੰ ਦੱਸਦੇ ਆ। ਉਸ ਤੋਂ ਬਾਅਦ ਇਹ ਸਾਰਾ ਵੀਡੀਓ ਪਿਆ। ਜਿਹੜਾ ਸਟੇਜ ਸੰਚਾਲਕ ਸੀ ਉਹਨਾਂ ਨੇ ਇਹ ਕਿਹਾ ਨਹੀਂ ਕੋਈ ਨਹੀਂ, ਜਿਵੇਂ ਸੰਗਤ ਚਾਹੂਗੀ ਉਵੇਂ ਹੀ ਕਰਾਂਗੇ, ਆ ਜਾਂਦੇ ਆ ਲੀਡਰ। ਉਹ ਕਹੀ ਗਏ ਲੋਕ ਵੀ ਬੁਲਾਓ। ਉਸ ਤੋਂ ਬਾਅਦ ਉੱਥੇ ਲੱਖਾ ਗਿਆ, ਮੇਰੇ ਤੋਂ ਪਹਿਲਾਂ ਲੱਖਾ ਪਹੁੰਚਿਆ, ਲੱਖੇ ਨੇ ਵੀ ਜਾ ਕੇ ਐਡਰੈਸ ਕੀਤਾ। ਲੱਖੇ ਨੂੰ ਇਹ ਗੱਲ ਕਹਿਣੀ ਪਈ ਉਹਨਾਂ ਦਾ ਰੋਹ ਦੇਖ ਕੇ ਵੀ ਨਹੀਂ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਅੰਦਰ ਰਿੰਗ ਰੋਡ ਤੇ ਚੱਲੇ, ਆਪਾਂ ਵੀ ਪਿੱਛੇ ਹੀ ਹੋਵਾਂਗੇ। ਹਾਂਜੀ, ਰਾਜਨਾਥ ਸਾਹਿਬ ਇਹ ਕਹਿ ਰਹੇ ਸੀ ਸਾਨੂੰ ਰੂਟ ਬਦਲਣਾ ਪਿਆ ਕਿਉਂਕਿ ਅਸੀਂ ਲੋਕਾਂ ਦੇ ਮੁੰਡੇ ਥੋੜੇ ਮਰਵਾਣੇ ਸੀ, ਔਰ ਹਾਲਾਤ ਦੇਖੋ ਬਾਅਦ ਕੀ ਬਣ ਗਏ। ਇੱਕ ਮਿੰਟ, ਆਪਾਂ ਮਰੇ, ਆਪਾਂ ਰੀਜ਼ਨ ਨਹੀਂ ਦਿੱਤਾ ਜੀ। ਇੱਕ ਮਿੰਟ, ਆਪਾਂ ਰੀਜ਼ਨ ਨਹੀਂ ਦਿੱਤਾ ਜੀ ਗੋਦੀ ਮੀਡੀਆ ਨੇ। ਨਹੀਂ ਬਾਈ ਜੀ, ਤੁਸੀਂ ਬਹੁਤ ਮੌਕਾ ਨਹੀਂ ਦਿੱਤਾ। ਨਹੀਂ ਦਿੱਤਾ। ਐਡੇ ਵੱਡੀ ਅੰਦੋਲਨ, ਐਡਾ ਇਤਿਹਾਸਕ ਗੱਲ, ਲੱਖਾਂ ਲੋਕ ਦਿੱਲੀ ਦੇ ਅੰਦਰ ਵੜ ਕੇ, ਕੋਈ ਇੱਕ ਕਿਸੇ ਘਰ ਦਾ ਸ਼ੀਸ਼ਾ ਵੀ ਨਹੀਂ ਤੋੜਿਆ, ਕਿਸੇ ਦੁਕਾਨ ਨੂੰ ਨਹੀਂ ਲੁੱਟਿਆ, ਸਿੱਧੇ ਅਗਲੇ ਲਾਲ ਕਿਲੇ ਪਹੁੰਚੇ। ਔਰ ਲਾਲ ਕਿਲੇ ਪਹੁੰਚ ਕੇ ਉਹਨਾਂ ਨੇ ਉੱਥੇ ਵੀ ਉਹ ਬੜਾ ਪੀਸਫੁਲੀ ਆਪਦਾ ਸਾਰਾ ਕੁਝ ਕੀਤਾ। ਠੀਕ ਹੈ, ਜਦੋਂ ਕੁੱਟਮਾਰ ਜਿਹੜੀ ਹੋਈ ਆ, ਜਿਹਨੂੰ ਇਹ ਹਿੰਸਾ ਕਹਿੰਦੇ ਆ, ਉਹ ਕੁੱਟਮਾਰ ਵੀ ਪੁਲਿਸ ਨੇ ਕੀਤੀ। ਪਹਿਲਾਂ ਸ਼ੁਰੂਆਤ ਉਹਨਾਂ ਨੇ ਕੀਤੀ। ਹਾਂ, ਪਹਿਲਾਂ ਪੁਲਿਸ ਨੇ ਸ਼ੁਰੂਆਤ ਕੀਤੀ। ਪੁਲਿਸ ਨੇ ਸ਼ੁਰੂਆਤ ਕੀਤੀ ਤਾਂ ਲੋਕ ਕੁਝ ਭੱਜੇ। ਮੈਂ ਤਾਂ ਸਾਰੇ ਵੀਡੀਓਜ਼ ਇੰਟਰੋਗੇਸ਼ਨ 'ਚ ਦੇਖੇ ਆ ਨਾ, ਮੈਨੂੰ ਤਾਂ ਉਹ ਪਛਾਣੋ ਕੌਣ ਸੀ, ਇੰਟਰੋਗੇਸ਼ਨ 'ਚ ਇੱਕ ਚੀਜ਼ ਦਿਖਾਏ। ਪੁਲਿਸ ਕੋਲੇ ਸਾਰਾ ਰਿਕਾਰਡ ਆ ਇਹ। ਫਿਰ ਜਦੋਂ ਲੋਕ ਭੱਜੇ ਤੇ ਨਿਹੰਗ ਸਿੰਘ ਕੁਝ ਸੀਗੇ ਜਿਹੜੇ ਉੱਥੇ, ਉਹ ਪੁਲਿਸ ਨੂੰ ਪੈ ਗਏ। ਤੇ ਫਿਰ ਇਸ ਚੱਕਰ 'ਚ ਲੋਕਾਂ ਨੂੰ ਵੀ ਥੋੜਾ ਜਿਹਾ ਹੋ ਗਿਆ ਵੀ ਹੁਣ ਸਾਡੇ ਬੰਦੇ ਪੈ ਗਏ ਤੇ ਉਹ ਵੀ ਫਿਰ ਪੁਲਿਸ ਨੂੰ ਪੈ ਗਏ। ਫਿਰ ਪੁਲਿਸ ਵਾਲੇ ਮਿੰਨਤਾਂ ਕਰਨ ਲੱਗੇ, ਸਾਡੇ ਬੰਦਿਆਂ ਨੇ ਪੁਲਿਸ ਦੇ ਉੱਤੇ ਡਿੱਗ ਕੇ ਵੀ ਯਾਰ ਨਾ ਮਾਰੋ, ਇਹਨਾਂ ਨੂੰ ਵੀਡੀਓਜ਼ 'ਚ ਪਈਆਂ ਉਹ ਪੁਲਿਸ ਕੋਲੇ, ਉਹਨਾਂ ਨੂੰ ਬਚਾਇਆ ਵੀ ਆ। ਪਰ ਮੀਡੀਆ ਨੇ ਕੀ ਦਿਖਾਇਆ? ਨੈਸ਼ਨਲ ਮੀਡੀਆ ਨੇ ਕੀ ਦਿਖਾਇਆ? ਦੇਖੋ ਹਿੰਸਾ, ਦੇਖੋ ਭੜਕਾ ਦੀ ਕਿਸਾਨੋਂ ਨੇ, ਕਿਸੇ ਨੇ ਹਿੰਸਾ ਨਹੀਂ ਭੜਕਾਈ। ਤੁਹਾਨੂੰ ਨਾ ਪਸੰਦ ਕਰਦੇ ਨੇ, ਉਹ ਕਹਿੰਦੇ ਨੇ ਦੀਪ ਸਿੱਧੂ ਜਾਣਬੁੱਝ ਕੇ ਜੇਲ੍ਹ 'ਚ ਗਏ ਨੇ ਕਿਉਂਕਿ ਉਹਨਾਂ ਨੂੰ ਪਤਾ ਬਾਹਰ ਮੈਂ ਸੇਫ ਨਹੀਂ ਆ। ਇੱਕ ਮਿੰਟ ਮੇਰੀ ਗੱਲ ਸੁਣੋ, ਜੇਲ੍ਹ ਜਾ ਕੇ ਤੁਸੀਂ 2 ਦਿਨ ਬਹਿ ਕੇ ਦਿਖਾਓ, 2 ਦਿਨ ਕੱਟ ਜੇ ਉੱਥੇ ਤੇ ਜਿਵੇਂ ਜਿਹੜੇ ਸੈੱਲ 'ਚ ਮੈਂ ਸੀ, ਜਿਹੜੀ ਹਾਈ ਸਿਕਿਉਰਿਟੀ 'ਚ ਮੈਂ ਸੀ, ਤੇ ਮੈਂ ਕਹਿੰਦਾ 2 ਟਾਈਮ ਦੀਆਂ ਰੋਟੀਆਂ ਹੀ ਖਾ ਲਿਓ ਉਹ ਜੀ। ਠੀਕ ਹੈ, ਵੀ ਜਾਣ ਕੇ ਜੇਲ੍ਹ 'ਚ ਜਾਣਾ, ਇਹ ਗੱਲਾਂ ਕਹਿਣੀਆਂ ਬਹੁਤ ਸੌਖੀਆਂ ਹੁੰਦੀਆਂ। ਜੇ ਜੇਲ੍ਹਾਂ ਕੱਟਣ ਤੋਂ ਬਾਅਦ ਵੀ ਮੈਂ ਆਪਦੇ ਆਪ ਨੂੰ ਪ੍ਰੂਵ ਕਰੂੰਗਾ ਜਾਂ ਸਫਾਈਆਂ ਦੇਵਾਂਗਾ, ਫਿਰ ਸਾਡੀ ਸਿਚੁਏਸ਼ਨ ਬਹੁਤ ਕੰਪਲੈਕਸ ਆ। ਫਿਰ ਤੁਹਾਡੇ ਦਿਮਾਗਾਂ 'ਚ ਖਰਾਬੀ ਆ, ਉਹਨਾਂ ਦਿਮਾਗਾਂ ਨੂੰ ਪਹਿਲਾਂ ਠੀਕ ਕਰਕੇ ਆਓ ਤੇ ਆਪਦੇ ਦਿਲ ਨੂੰ ਕਲੀਅਰ ਕਰੋ। ਦੀਪ ਜੀ, ਇੱਕ ਚੀਜ਼ ਮੈਨੂੰ ਜ਼ਰੂਰ ਕਲੀਅਰ ਕਰੀਏ। ਮੈਂ ਹੁਣੇ ਇੱਕ ਵੀਡੀਓ ਦੇਖ ਰਿਹਾ ਸੀ ਸਟੇਜ ਦੀ, ਤੁਸੀਂ ਉਹਦੇ ਵਿੱਚ ਕਿਹਾ ਕਿ ਵੇਲਾ ਸੌਣ ਦਾ ਨਹੀਂ ਹੈ, ਰੋਟੀ ਮਿਲੀ ਤਾਂ ਠੀਕ ਨੇ ਤੇ ਰਸਤੇ ਵਿੱਚ ਹੀ ਖਾ ਲਾਂਗੇ। ਪਰ ਉਸ ਤੋਂ ਬਾਅਦ ਤੁਹਾਡੇ ਇੱਕ ਇੰਟਰਵਿਊ 'ਚ ਮੈਂ ਸੁਣਿਆ ਕਿ ਤੁਸੀਂ ਕਿਹਾ ਕਿ ਮੈਂ ਚਲਾ ਗਿਆ 2 ਦਿਨ ਦਾ ਉਣੀਂਦਾ ਸੀ, ਮੈਂ 11:15 ਵਜੇ ਉੱਠਿਆ ਤੇ 2 ਵਜੇ ਮੈਂ ਜਿਹੜਾ ਰੈੱਡ ਫੋਰਟ ਤੇ ਪਹੁੰਚਿਆ। ਤੁਸੀਂ ਸਟੇਜ ਤੋਂ ਕਹਿ ਰਹੇ ਹੋ ਇਹ ਵੇਲਾ ਸੌਣ ਦਾ ਨਹੀਂ, ਇਹ ਵੇਲਾ ਜਾਗਣ ਦਾ। ਆਪ ਤੁਸੀਂ ਜਾ ਕੇ ਸੋ ਗਏ? ਮੈਂ ਤੁਹਾਨੂੰ ਦੱਸਦਾ ਨਹੀਂ, ਆਪ ਜਾ ਕੇ ਉਹ ਕਦੋਂ ਕਹਿ ਰਿਹਾ, ਰਾਤ ਨੂੰ 9:30 ਵਜੇ ਸਾਰੀ ਰਾਤ ਜਾਗਦਾ ਸੀ ਮੈਂ। ਅਗਲੇ ਦਿਨ ਸਵੇਰੇ, ਉਹ ਦਿਨ ਕ੍ਰੂਸ਼ਲ ਸੀ ਬਹੁਤ। ਨਹੀਂ ਕ੍ਰੂਸ਼ਲ, ਸੁਣੋ ਤਾਂ ਸਹੀ, ਕ੍ਰੂਸ਼ਲ ਕਿਹਦੇ ਲਈ ਸੀ? ਲੀਡਰਸ਼ਿਪ ਕਿੱਥੇ ਸੀ? ਲੀਡਰਸ਼ਿਪ ਨੂੰ ਨਹੀਂ, ਯੂਥ ਨੂੰ ਲੀਡਰ ਮੰਨਦਾ ਜੀ। ਮੈਂ ਤਾਂ ਨਵੇਂ ਸ਼ਹਿਰ ਦੀ ਗੱਲ ਦੱਸਾਂ, ਤੁਹਾਡੇ ਲਈ ਖੋਲਦਾਨ ਕੈਂਪ ਲੱਗਦੇ ਰਹੇ ਭਾਈ ਜੀ, ਇਹ ਕਿਸੇ ਲੀਡਰ ਲਈ ਲੱਗਦੇ। ਬਿਲਕੁਲ, ਮੈਂ ਤੁਹਾਨੂੰ ਗੱਲ ਦੱਸਦਾ, ਯੂਥ ਬਿਲਕੁਲ ਲੀਡਰ ਮੰਨਦਾ। ਠੀਕ ਹੈ, ਇਹ ਗੱਲ ਨਹੀਂ ਮੈਂ ਕਹਿ ਰਿਹਾ ਵੀ ਮੈਂ ਆਪਣੀਆਂ ਰਿਸਪੌਂਸਿਬਿਲਿਟੀਜ਼ ਤੋਂ ਭੱਜ ਰਿਹਾ, ਪਰ ਕੱਲਾ ਦੀਪ ਸਿੱਧੂ ਲੀਡਰ ਸੀ ਉੱਥੇ। ਫਿਰ ਮੇਰੇ ਤੇ ਛੱਡ ਦਿਓ ਨਾ ਸਾਰੀ ਗੱਲ, ਫਿਰ ਮੈਨੂੰ ਦਿਓ ਨਾ ਸਟੇਜ, ਮੈਂ ਤੁਹਾਨੂੰ ਲੀਡਰ ਬਣ ਕੇ ਵੀ ਦੱਸਦਾ ਵੀ ਕੀ ਰਿਸਪੌਂਸਿਬਿਲਿਟੀ ਹੁੰਦੀ ਹੈ। ਲੀਡਰਸ਼ਿਪ ਨੇ ਸਾਨੂੰ 26 ਨਵੰਬਰ ਨੂੰ ਵੀ ਛੱਡਿਆ, ਸਾਨੂੰ 26 ਜਨਵਰੀ ਨੂੰ ਵੀ ਛੱਡਿਆ। ਉਹਨਾਂ ਦੀ ਸਟੇਜ ਕਿਉਂ ਚਾਹੁੰਦੇ? ਨਹੀਂ, ਮੈਂ ਉਹਨਾਂ ਦੀ ਸਟੇਜ ਨਹੀਂ ਚਾਹੁੰਦਾ, ਮੈਂ ਤਾਂ ਸਟੇਜ ਤੇ ਤਾਂ ਖੜੇ ਸੀ ਨਾ ਜੀ। ਨਹੀਂ, ਉਹਨਾਂ ਦੀ ਸਟੇਜ ਤੇ ਬੁਲਾਇਆ ਗਿਆ ਸੀ, ਉਸੇ ਵੀਡੀਓ 'ਚ ਮੈਂ ਇਹ ਗੱਲ ਕਰ। ਇੱਕ ਮਿੰਟ, ਮੈਂ ਤੁਹਾਨੂੰ ਦੱਸਦਾ ਕਿਹਨਾਂ ਨੇ ਬੁਲਾਇਆ ਸੀ। ਬਾਬਾ
ਰਾਜਾ ਰਾਜ ਸਿੰਘ ਜੀ, ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਧਰਨਾ ਦਲ ਦੇ ਸਟੇਜ ਤੇ ਸੀ। ਉਦੋਂ ਜਦੋਂ ਉੱਥੇ ਬਹੁਤ ਗਹਿਮਾ ਗਹਿਮੀ ਹੋ ਰਹੀ ਸੀ, ਸਿੱਖ ਸਿਆਸਤ ਵਾਲੇ ਸਾਰੇ ਆਪਣੇ ਬੰਦੇ ਸਟੇਜ ਤੇ ਸੀ। ਮੈਨੂੰ ਫੋਨ ਕੀਤਾ ਬਾਬਾ ਰਾਜਾ ਰਾਜ ਸਿੰਘ ਜੀ ਨੇ ਤੇ ਕਿਹਾ ਵੀ ਆਓ, ਇੱਥੇ ਬਹੁਤ ਗਹਿਮਾ ਗਹਿਮੀ ਆ ਤੇ ਸਾਰੇ ਜਿਹੜੇ ਇਹ ਬੰਦੇ ਆ ਇਹ ਬੜੇ ਤੱਤੇ ਹੋ ਗਏ ਆ ਕੇ ਸਮਾਂ ਸੰਭਾਲੋ। ਹੋਈ ਸੀ, ਠੀਕ ਹੈ, ਸਮਾਂ ਸੰਭਾਲੋ। ਤੇ ਉਸ ਵੇਲੇ ਔਰ ਉਸ ਵੇਲੇ ਜਾ ਕੇ ਮੈਂ ਤਾਂ ਮੇਲ ਮਿੱਤਰ ਸਾਹਿਬ ਦੇ ਜੋਕਸ ਵੀ ਸੁਣਾਏ ਆ, ਮੈਂ ਸੁਣਦਾ ਹਾਂ ਹਨਾ। ਸੋ ਤੁਸੀਂ ਉਹਨੂੰ ਇੱਕ ਚੀਜ਼ ਨੂੰ ਨਾ ਪੜੋ ਵੀ ਇਹ ਸਮਾਂ ਸੌਣ ਦਾ ਨਹੀਂ ਹੈ, ਸਮਝੋ ਗੱਲ ਨੂੰ। ਦੀਪ ਜੀ ਇੱਕ ਚੀਜ਼ ਹੋਰ ਦੱਸੋ, ਤੁਸੀਂ ਸੌਟ ਆਊਟ ਕਿਉਂ ਨਹੀਂ ਕਰ ਲੈਂਦੇ ਫਿਰ, ਜਦੋਂ ਤੁਹਾਨੂੰ ਪਤਾ ਤੁਸੀਂ ਇੱਕ ਜਗ੍ਹਾ ਇਹ ਵੀ ਕਹਿੰਦੇ ਹੋ ਕਿ ਮੈਂ ਬੜੇ ਫੋਨ ਕੀਤੇ, ਇੱਕ ਜਗ੍ਹਾ ਸਟੇਜ ਤੇ ਤੁਸੀਂ ਇਹ ਵੀ ਕਹਿੰਦੇ ਹੋ ਕਿ ਮੇਰੇ ਕੋਲ ਤਾਂ ਇਹਨਾਂ ਦਾ ਨੰਬਰ ਹੀ ਹੈ ਨਹੀਂ, ਸੌਟ ਆਊਟ ਕਿਉਂ ਨਹੀਂ ਕਰਦੇ? ਜੋ ਲਾਉਣ ਨੂੰ ਲੈ ਸਕਦੇ ਨੇ ਭਾਈ ਜੀ, ਫੋਨ ਨਹੀਂ ਕੀਤੇ, ਫੋਨ ਸਾਡੇ ਬੰਦਿਆਂ ਨੇ ਕੀਤੇ, ਜਿਹੜੇ ਕੱਲਾ ਦੀਪ ਸਿੱਧੂ ਤਾਂ ਨਹੀਂ ਹੈ ਨਾ, ਉੱਥੇ ਦੀਪ ਸਿੱਧੂ ਦੇ ਨਾਲ ਹੋਰ ਵੀ 10 ਬੰਦੇ ਆ ਜੀ। ਜੇ ਤੁਸੀਂ ਦੇਖੋ ਉਹਨਾਂ ਕਿਸੇ ਨੂੰ ਵੀ ਸਪੇਸ ਨਹੀਂ ਦਿੱਤੀ, ਕਿਸੇ ਨੂੰ ਸਪੇਸ ਹੀ ਨਹੀਂ ਦਿੰਦੇ, ਇੰਨੇ ਸੈਕਟੇਰੀਅਨਸ ਹੋ ਰੱਖੇ ਆ। ਔਰ ਮੈਂ ਓਪਨ ਲੈਟਰ ਤੱਕ ਲਿਖਿਆ, ਮੇਰੇ ਫੇਸਬੁੱਕ ਤੇ ਪਿਆ ਜੀ ਜੀ। ਮੈਂ ਅੱਜ ਵੀ ਕਹਿਣਾ ਵੀ ਸਾਨੂੰ ਜੇ ਇਕੱਠੇ ਬੈਠਣਾ ਹੀ ਨਹੀਂ ਆਉਂਦਾ, ਕੋਈ ਐਗਜ਼ਿਸਟ ਕਰਨਾ ਨਹੀਂ ਆਉਂਦਾ, ਤੇ ਅਸੀਂ ਕਹਾਂਗੇ ਅਸੀਂ ਕੋਈ ਸੰਘਰਸ਼ ਲੜ ਲਾਂਗੇ। ਜੀ ਜ਼ੋਰ ਤੁਸੀਂ ਕਹਿੰਦੇ ਹੋ ਕਿ ਬੀ ਪਲਾਨ ਲੈ ਕੇ ਆਓ, ਇਹ ਪਲਾਨ ਪੁਰਾਣੇ ਨੇ, ਪਰ ਤੁਸੀਂ ਕਦੇ ਦੱਸਿਆ ਨਹੀਂ ਕਿ ਬੀ ਪਲਾਨ ਲੈ ਕੇ ਕਿਹੜਾ ਆਉਣਾ। ਇਹ ਤਾਂ ਆਮ ਆਦਮੀ ਪਾਰਟੀ ਦਾ ਹੋਗਾ ਕਿ ਬਿਜਲੀ ਫ੍ਰੀ ਕਰ ਦਾਂਗੇ, ਪਰ ਦੱਸਿਆ ਨਹੀਂ ਬਿਜਲੀ ਫ੍ਰੀ ਕਰਾਂਗੇ। ਨਹੀਂ ਪਲਾਨ ਵੀ ਹੈਗਾ, ਹੁਣ ਵੀ ਪਲਾਨ ਵੀ ਹੈਗਾ, ਦੱਸੋ ਕਿਹੜਾ? ਨਹੀਂ ਪਰ ਇਹੀ ਗੱਲ ਹੈ, ਇਹ ਪਬਲਿਕਲੀ ਕਿਵੇਂ ਡਿਸਕਸ ਕਰਾਂਗੇ? ਦੇਖੋ ਉਹਨਾਂ ਨੂੰ ਤੁਸੀਂ ਕਹਿੰਦੇ ਕਿ ਪਾਰਦਰਸ਼ਤਾ ਹੋਣੀ ਚਾਹੀਦੀ ਹੈ, ਆ ਕੇ ਗੱਲ ਕਰੋ। ਤੁਸੀਂ ਬੀ ਪਲਾਨ ਦੱਸ ਨਹੀਂ ਸਕਦੇ ਬਾਈ ਜੀ, ਦੱਸ ਨਹੀਂ ਸਕਦਾ। ਮੈਂ ਤਾਂ ਬੀ ਪਲਾਨ 10 ਦਸੰਬਰ ਨੂੰ ਹੀ ਦੱਸਤਾ ਸੀ, ਮੇਰੇ ਫੇਸਬੁੱਕ ਤੇ ਜਾ ਕੇ ਪਲੀਜ਼ ਸੁਣ ਲਓ, 10 ਦਸੰਬਰ ਦੀ ਪੋਸਟ ਪਈ ਆ। ਜੀ ਜੀ ਜੀ, ਠੀਕ ਹੈ। ਜਦੋਂ ਮੈਂ ਇਹ ਗੱਲ ਕਹੀ ਸੀ ਵੀ ਜਿਸ ਤਰ੍ਹਾਂ ਦੀ ਤੁਸੀਂ ਸਾਡੀ ਵਿਕਟਰੀ ਡਿਫਾਈਨ ਕੀਤੀ ਹੋਈ ਹੈ ਨਾ, ਇਹਦੇ ਚ ਫੰਡਾਮੈਂਟਲ ਪ੍ਰੋਬਲਮ ਆ। ਪਲਾਨ ਬੀ ਦੱਸਤਾ ਸੀ, ਕਿਸੇ ਦੇ ਪੱਲੇ ਹੀ ਨਹੀਂ ਪਈ ਗੱਲ। ਉਹ ਵੀ ਐਲੀਗੇਸ਼ਨ ਤੁਹਾਡੇ ਤੇ ਲੱਗਦਾ, ਕਹਿੰਦੇ ਕਿ ਇਹਨਾਂ ਨੂੰ ਤਾਂ ਮੋਦੀ ਸਾਹਿਬ ਜਾਣਦੇ ਨੇ, ਇਤਫਾਕਨ ਤਾਂ ਨਹੀਂ ਹੋ ਗਿਆ ਕਿ ਜਿਵੇਂ ਮੈਂ ਤੁਹਾਨੂੰ ਮਿਲਿਆ, ਕਿਸੇ ਥਰੂ ਮਿਲਿਆ, ਆਪਾਂ ਇਕੱਠੇ ਆ ਗੱਲ ਕਰ ਰਹੇ ਆ, ਐਦਾਂ ਤਾਂ ਹੋਇਆ ਨਹੀਂ ਕਿ ਤੁਸੀਂ ਮੋਦੀ ਸਾਹਿਬ ਕੋਲ ਇਤਫਾਕਨ ਚੱਲੇ ਗਏ, ਜਿਹੜਾ ਉਹਨਾਂ ਦਾ ਘਰ ਦਾ ਦਰਵਾਜ਼ਾ ਖੋਲ੍ਹਿਆ ਸੀ, ਜਾ ਕੇ ਫੋਟੋ ਖਿਚਾ ਲਈ। ਐਦਾਂ ਤਾਂ ਨਹੀਂ ਕਿ ਅਮਿਤ ਸ਼ਾਹ ਨਾਲ ਵੀ ਇਤਫਾਕਨ ਜਿਹੜੀ ਮੁਲਾਕਾਤ ਹੋ ਗਈ ਹੈ, ਜਾਣਦੇ ਹੋਵੋਗੇ ਸਨੀ ਦਿਓਲ ਦਾ ਸਾਹਿਬ ਦਾ ਨੰਬਰ ਹੱਲੇ ਵੀ ਤੁਹਾਡੇ ਕੋਲ ਹੋਏਗਾ, ਕਿਤੇ ਨਾ ਕਿਤੇ ਬੰਦਾ ਗੱਲ ਕਰ ਸਕਦਾ, ਨੰਬਰ ਤੁਹਾਡਾ ਚੇਂਜ ਨਹੀਂ ਕਰ ਸਕਦੇ ਤੁਸੀਂ। ਇੱਕ ਮਿੰਟ ਭਾਈ ਜੀ, ਮੈਂ ਤੁਹਾਨੂੰ ਗੱਲ ਦੱਸਦਾ, ਗੱਲ ਨੰਬਰ ਜਾਂ ਜਾਣਨ ਦੀ ਜਾਂ ਇਤਫਾਕਣ ਇਹ ਗੱਲ ਨਹੀਂ ਆ, ਉਹ ਤਾਂ ਚੋਣਾਂ ਦੀ ਫੋਟੋ ਆ, ਸਾਰਿਆਂ ਨੂੰ ਪਤਾ। ਸਨੀ ਦਿਓਲ ਬਾਈ ਦੀ ਚੋਣ ਵੀ ਮੈਂ ਖੁੱਲੇ ਤੌਰ ਤੇ ਸਪਸ਼ਟ ਰੂਪ ਚ ਆ ਕੇ ਲੜ ਕੇ ਗਿਆ, ਇਹ ਵੀ ਸਾਰਿਆਂ ਨੂੰ ਪਤਾ। ਉਸ ਵੇਲੇ ਸਨੀ ਬਾਈ ਨਾਲ ਮੇਰਾ ਜੋ ਪਰਿਵਾਰਕ ਰਿਸ਼ਤਾ ਸੀ, ਇਹ ਵੀ ਸਾਰਿਆਂ ਨੂੰ ਪਤਾ। ਅੱਜ ਨਹੀਂ ਆ, ਉਹ ਵੀ ਸਾਰਿਆਂ ਨੂੰ ਪਤਾ। ਤੁਹਾਨੂੰ ਲੱਗਦਾ ਹੈ? ਬਿਲਕੁਲ ਨਹੀਂ ਹੈ। ਅੱਛਾ ਇੱਕ ਚੀਜ਼ ਜ਼ਰੂਰ ਕਲੀਅਰ ਕਰੋ, ਨਹੀਂ ਮੈਂ ਤੁਸੀਂ ਬੀਜੇਪੀ ਦੇ ਨਾਲ ਸੀ ਕਿ ਸਨੀ ਦਿਓਲ ਦੇ ਨਾਲ? ਸਨੀ ਦਿਓਲ ਦੇ ਨਾਲ ਸੀ, ਬੀਜੇਪੀ ਦੇ ਨਾਲ ਨਹੀਂ। ਮੈਂ ਬੀਜੇਪੀ ਦੇ ਨਾਲ ਕਦੇ ਵੀ ਨਹੀਂ ਸੀ। ਮੈਂ ਸਿਰਫ ਉਹਨਾਂ ਨੂੰ ਆਪਦੇ ਭਰਾ ਦੇ ਤੌਰ ਤੇ ਉਹ ਵੀ ਮੇਰੇ ਨਾਲ ਉਸੇ ਤਰ੍ਹਾਂ ਦਾ ਪਿਆਰ ਰੱਖਦੇ ਸੀ। ਪਰ ਸਾਡੇ ਚ ਹੁੰਦਾ ਕੀ ਆ, ਸਾਡੇ ਸਮਾਜ ਚ ਸਾਡੀਆਂ ਪੋਲੀਟੀਕਲ ਆਈਡੀਓਲੋਜੀਜ਼ ਜੇ ਡਿਫਰੈਂਟ ਹੋਣ, ਅਸੀਂ ਆਪਦੇ ਰਿਲੇਸ਼ਨਸ਼ਿਪ ਵੀ ਖਰਾਬ ਕਰ ਲੈਂਦੇ ਆ। ਸਾਡੇ ਨਾਲ ਗਵਰਨਮੈਂਟਸ ਨੇ ਕੰਮ ਨਹੀਂ ਲੈਣਾ ਜਦੋਂ ਭੀੜ ਪਊਗੀ। ਅੱਜ ਮੇਰੇ ਤੇ ਭੀੜ ਪਈ ਸੀ, ਮੈਨੂੰ ਕਿਸੇ ਸਰਕਾਰ ਨੇ ਜਾਂ ਨੇਤਾ ਨੇ ਕੰਮ ਨਹੀਂ ਦਿੱਤਾ, ਉਹੀ ਲੋਕਾਂ ਨੇ ਕੰਮ ਦਿੱਤਾ ਜਿਹਨੂੰ ਅਸੀਂ ਦੋਸਤ ਜਾਂ ਫੈਮਿਲੀ ਕਹਿੰਦੇ ਆ। ਪਰ ਲੋਕ ਕਹਿੰਦੇ ਨੇ ਤੁਹਾਡਾ ਝੁਕਾਅ ਅਕਾਲੀ ਪਾਰਟੀ ਵੱਲ ਹਾਲ ਦੀ ਘੜੀ। ਬਾਈ ਜੀ, ਮੇਰਾ ਝੁਕਾਅ ਕਿਸੇ ਪਾਰਟੀ ਵੱਲ ਨਹੀਂ। ਮੈਂ ਪਹਿਲਾਂ ਵੀ ਕਲਾਕਾਰ ਜਿਹੜੇ ਤੁਹਾਨੂੰ ਰਿੱਧਦੇ ਨੇ, ਉਹ ਕਹਿੰਦੇ ਨੇ ਕਿ ਇਹਨਾਂ ਨੇ ਆਪਣੀ ਪਾਰਟੀ ਕੱਢਣੀ ਹੈ। ਅੱਛਾ ਇੱਕ ਮਿੰਟ, ਹਜੇ ਤੱਕ ਤਾਂ ਉਹ ਵੀ ਕੋਈ ਵਿਚਾਰ ਨਹੀਂ ਆ, ਪਰ ਜੇ ਕੱਢਣੀ ਵੀ ਆ, ਇਹ ਨਿੰਦਣ ਦਾ ਇਹਦੇ ਚ ਕੀ ਉਹ ਆ? ਮੈਨੂੰ ਇੱਕ ਗੱਲ ਦੱਸੋ। ਮੈਂ ਐਕਚੁਅਲੀ ਕਹਿਣਾ ਚਾਹੁੰਦਾ ਇੱਕ ਚੀਜ਼, ਮੈਂ ਇੱਕ ਮਿੰਟ ਨਿਰਸੰਕੋਚ ਕਹਿਣਾ ਚਾਹੁੰਦਾ ਕਿ ਕੱਢਣੀ ਚਾਹੀਦੀ ਹੈ ਜੀ। ਉਹੀ ਗੱਲ ਮੈਂ ਤੁਹਾਨੂੰ ਦੱਸਦਾ, ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ ਜ਼ਰੂਰਤ ਆ। ਅੱਜ ਤੱਕ ਸਾਡੇ ਕੋਲ ਇੱਕ ਖੇਤਰੀ ਪਾਰਟੀ ਸੀ। ਮੈਂ ਪਹਿਲਾਂ ਇੰਨੀ ਗੱਲ ਕੀਤੀ, ਦੇਖੋ ਤੁਸੀਂ ਸਾਡੇ ਲੋਕਾਂ ਦੇ ਵਿੱਚ ਕਿਵੇਂ ਉਹਨਾਂ ਦੀ ਮਾਨਸਿਕਤਾ ਨੂੰ ਫੜਿਆ ਜਾਂਦਾ। ਜੇ ਅਕਾਲੀ ਪਾਰਟੀ ਦੀ ਗੱਲ ਕਰ ਦਈਏ, ਕਹਿ ਦੇਣਗੇ ਆ ਦੇਖੋ ਇਹ ਤਾਂ ਅਕਾਲੀਆਂ 'ਚ ਜਾ ਰਿਹਾ। ਜੇ ਆਪਾਂ ਕਿਸੇ ਹੋਰ ਪੋਲੀਟੀਕਲ ਸਟਰਕਚਰ ਦੀ ਗੱਲ ਕਰ ਦਈਏ, ਨਹੀਂ ਇਹਦਾ ਝੁਕਾਅ ਤਾਂ ਉਧਰ ਨੂੰ ਆ। ਕਿਸੇ ਦਾ ਝੁਕਾਅ ਕਿੱਧਰ ਨੂੰ ਨਹੀਂ ਹੁੰਦਾ। ਆਪਾਂ ਸਿਰਫ ਇੱਕ ਸਿਚੁਏਸ਼ਨ ਨੂੰ ਅਸੈਸ ਕਰ ਰਹੇ ਹੁੰਦੇ ਆ ਤੇ ਉਹਦੇ ਤੇ ਗੱਲਬਾਤ ਕਰ ਰਹੇ ਹੁੰਦੇ ਆ। ਜੇ ਅਸੀਂ ਗੱਲਬਾਤ ਵੀ ਨਾ ਕਰ ਸਕੀਏ, ਸਿਚੁਏਸ਼ਨ ਨੂੰ ਵੀ ਨਾ ਅਸੈਸ ਕਰ ਸਕੀਏ, ਇੰਨੀ ਵੀ ਸਪੇਸ ਨਾ ਦਈਏ ਇੱਕ ਦੂਜੇ ਨੂੰ, ਤੇ ਕੱਲ ਨੂੰ ਤਾਂ ਯਾਰ ਬਹੁਤ ਵੱਡੀਆਂ ਮੀਟਿੰਗਾਂ 'ਚ ਬੈਠਣਾ ਪਊਗਾ। ਕੱਲ ਨੂੰ ਇਸ ਕੰਟਰੀ ਦੇ ਹੋਰ ਕੰਟਰੀਜ਼ ਦੇ ਪ੍ਰਾਈਮ ਮਿਨਿਸਟਰਸ ਨਾਲ, ਕੱਲ ਨੂੰ ਉਹਨਾਂ ਦੇ ਜਿਹੜੇ ਹੋਮ ਮਿਨਿਸਟਰਸ ਨਾਲ, ਕੱਲ ਨੂੰ ਉਹਨਾਂ ਦੇ ਐਮਬੈਸਡਰਸ ਨਾਲ ਬੈਠਣਾ ਪਊਗਾ। ਫਿਰ ਤਾਂ ਹਰ ਫੋਟੋ ਤੇ ਤੁਸੀਂ ਮੋਹਰਾ ਲਾਇਆ ਕਰੋਗੇ, ਆਹ ਵੇਖੋ ਆਹ ਖੜਾ ਵੀ ਅਰਬ ਦਾ ਕੋਈ ਜਿਹੜਾ ਐਮਬੈਸਡਰ ਆ ਉਹਦੇ ਨਾਲ, ਇਹ ਤਾਂ ਬਾਈ ਅਰਬ ਕੰਟਰੀ ਤੋਂ ਚੱਲਦਾ। ਯੂ ਅੰਡਰਸਟੈਂਡ ਵਾਟ ਆਮ ਸੇਇੰਗ? ਸੋ ਇਹ ਬਹਾਨਾ ਮਿਲ ਗਿਆ। ਨਹੀਂ, ਇਹ ਜਿਹੜੀਆਂ ਗੱਲਾਂ ਹੁੰਦੀਆਂ ਨਾ, ਇਹ ਗੱਲਾਂ ਇਹਨਾਂ ਦਾ ਕੋਈ ਆਧਾਰ ਨਹੀਂ ਹੁੰਦਾ। ਇਹ ਮਾਈਂਡ ਪ੍ਰੈਜੁਡਿਸ ਕਰਨ ਵਾਸਤੇ ਕੀਤੀਆਂ ਜਾਂਦੀਆਂ। ਇੱਕ ਮੈਨੂੰ ਹਾਸੇ ਵਾਲੀ ਗੱਲ ਯਾਦ ਆ ਰਹੀ ਹੈ। ਦੇਖੋ ਤੁਹਾਡੀ ਰਮਤਾ ਜੋਗੀ ਫਿਲਮ ਦੇਖੀ ਸੀ, ਜੋਰਾ ਫਿਲਮ ਦੇਖੀ ਸੀ, ਸਾਨੂੰ ਵੀ ਫੀਲ ਹੋਇਆ ਸੀ ਕਿ ਮੁੰਡਾ ਟੈਲੈਂਟਡ ਹੈ, ਪਰ ਇੱਕ ਇੱਥੇ ਆਰਟਿਸਟ ਨੇ, ਤੁਹਾਡੇ ਬੜੇ ਸ਼ੁਭ ਚਿੰਤਕ ਨੇ, ਤੁਹਾਡਾ ਬੜਾ ਸਮਰਥਨ ਕਰਦੇ ਨੇ। ਉਹ ਕਹਿੰਦੇ ਨੇ ਸਾਡੇ ਬਾਈ ਨੇ ਤਾਂ ਆਪ ਹੀ ਪੈਸੇ ਲਾ ਕੇ ਫਿਲਮਾਂ ਬਣਾ ਲਈਆਂ 5-7,
ਹੋਰ ਵੀ ਅੱਗੇ ਬਣਾ ਲੈਣਗੇ। ਤਾਂ ਮਤਲਬ ਇਹ ਚੀਜ਼ ਸਮਝ ਨਹੀਂ ਕਿ ਬਾਈ ਕੋ ਅਗਰ ਇੰਨਾ ਪੈਸਾ ਹੈ ਫਿਰ ਬਾਈ ਰੋਂਦਾ ਕਿਉਂ ਹੈ, ਫਿਰ ਬਾਈ ਇਦਾਂ ਕਿਉਂ ਕਹਿੰਦਾ ਕਿ ਮੈਂ ਫੰਡ ਇਕੱਠਾ ਨਹੀਂ ਕਰਦਾ, ਫਿਰ ਬਾਈ ਕਹਿੰਦਾ ਮੈਂ ਔਖਾ ਬਹੁਤ ਹੈ। ਰੋਂਦਾ ਹੀ ਨਹੀਂ, ਮੈਂ ਨਹੀਂ ਰੋਇਆ, ਮੈਂ ਤਾਂ ਇਮੋਸ਼ਨਲੀ ਉਦੋਂ ਰੋਇਆ ਜਿੱਦਾਂ ਮੈਨੂੰ ਲੋਕਾਂ ਨੇ ਹਰਟ ਕੀਤਾ, ਜਿੱਦਾਂ ਮੈਨੂੰ ਸਰਟੀਫਿਕੇਟ ਵੰਡਤੇ। ਪਰ ਫਿਰ ਤੁਸੀਂ ਆਪ ਬਣਾਈਆਂ ਸੀਗੀਆਂ ਕਿ ਤੁਹਾਨੂੰ ਟੈਲੈਂਟ ਦੇ ਬੇਸਿਸ ਤੇ ਰੋਲ ਮਿਲਿਆ। ਦੇਖੋ ਇਹ ਨਹੀਂ ਹੁੰਦਾ, ਮੈਂ ਕਿਤੇ ਜਾ ਕੇ ਮੇਰਾ ਕਿ ਕਿਸੇ ਦੇ ਆਫਿਸ 'ਚ ਬਹਿ ਕੇ ਇਹ ਨਹੀਂ ਕਿਹਾ ਵੀ ਮੇਰੀ ਆਡੀਸ਼ਨ ਲਓ ਤੇ ਮੈਨੂੰ ਰੋਲ ਦਿਓ, ਮੇਰੇ ਤੋਂ ਨਹੀਂ ਹੁੰਦਾ ਸੀ। ਉਦੋਂ ਪਹਿਲਾਂ ਮੈਂ ਇੱਕ ਉਹਦਾ ਸਫ਼ਰ ਤੈਅ ਕਰ ਚੁੱਕਿਆ ਸੀ। ਤੁਸੀਂ ਜ਼ਿੰਦਗੀ ਨਾ ਬੰਦੇ ਨੂੰ ਟੋਟੈਲਿਟੀ 'ਚ ਦੇਖਿਆ ਕਰੋ। ਉਦੋਂ ਪਹਿਲਾਂ ਮੈਂ ਇੱਕ ਕਹਿੰਦਾ ਕਹਾਉਂਦਾ ਲਾਇਰ ਸੀ ਜਿਹਦਾ ਨਾਮ ਵੱਜਦਾ ਸੀ ਉੱਥੇ, ਜਿਹੜਾ ਤੀਜੇ ਕੁ ਦਿਨ ਉਹਦੀ ਖਬਰ ਮੁੰਬਈ ਮਿਰਰ 'ਚ ਹੁੰਦੀ ਸੀ ਵੀ ਫਲਾਣੇ ਬੰਦੇ ਨੂੰ ਇਹਨੂੰ ਸੂ ਕੀਤਾ, ਇਹਨੂੰ ਕੀਤਾ, ਹਾਂ ਕੀਤਾ, ਇਹਦਾ ਰਿਲੀਫ ਲੈ ਕੇ ਆਏ। ਠੀਕ ਹੈ, ਉਹ ਕਹਿੰਦਾ ਕਹਾਉਂਦਾ ਐਂਟਰਟੇਨਮੈਂਟ ਦਾ ਲਾਇਰ ਸੀ। ਹੁਣ ਉਹਦੀ ਇੱਕ ਆਪਦੀ ਇੱਜ਼ਤ, ਇੱਕ ਆਪਦਾ ਵਕਾਰ ਵੀ ਹੁੰਦਾ ਨਾ, ਵਕਾਰ ਨੂੰ ਸਿੱਟ ਕੇ ਤਾਂ ਨਹੀਂ ਆਪਾਂ ਜਾ ਸਕਦੇ ਨਾ। ਸੋ ਉਸੇ ਵਕਾਰ ਦੀ ਖਾਤਰ ਮੈਂ ਆਪਦਾ ਕੰਮ ਆਪ ਪੈਦਾ ਕੀਤਾ। ਉਹਨੇ ਕਿ 4 ਛਿੱਲੜ ਮੈਂ ਕਮਾ ਲਏ ਸੀ ਵੀ ਮੈਂ ਆਪਦਾ ਕੰਮ ਆਪ ਪੈਦਾ ਕਰ ਸਕਦਾ ਸੀ। ਸੋ ਇਸੇ ਕਰਕੇ ਜਦੋਂ ਤੱਕ ਆਪਾਂ ਜੋਰਾ ਤੇ ਆਏ ਆ ਉਦੋਂ ਤੱਕ ਆਪਦੀ ਪ੍ਰੋਡਕਸ਼ਨ ਚ ਆਪਾਂ ਫਿਲਮਾਂ ਬਣਾਈਆਂ। ਫਿਰ ਅਗਲੀ ਫਿਲਮ ਆ ਜਿਹੜੀ ਸਾਰੇ ਬਣਾਉਂਦੇ ਨੇ, ਆਮਿਰ ਖਾਨ ਬਣਾਉਂਦੇ ਨੇ, ਸਲਮਾਨ ਖਾਨ ਬਣਾਉਂਦੇ ਨੇ। ਐਬਸੋਲੂਟਲੀ, ਇਹਦੇ ਚ ਕੀ ਪ੍ਰੋਬਲਮ ਆ? ਜਾਂ ਤਾਂ ਮੈਂ ਆਪਦਾ ਆਪ ਨੂੰ ਪ੍ਰੂਵ ਨਾ ਕਰ ਸਕਾਂ, ਉਹੀ ਧੱਕੇ ਨਾਲ ਹੀ ਆਪਾਂ ਉੱਥੇ ਕੰਮ ਕਰੀ ਜਾਈਏ। ਆਈ ਪ੍ਰੂਵਡ ਮਾਈਸੈਲਫ ਐਜ਼ ਐਨ ਐਕਟਰ ਐਜ਼ ਵੈਲ। ਠੀਕ ਹੈ, ਸੋ ਇਹ ਮੇਰਾ ਪੈਸ਼ਨ ਆ, ਇਹਦੇ ਚ ਮੈਂ ਜਿਵੇਂ ਮਰਜ਼ੀ ਕਰਾਂ। ਠੀਕ ਆ, ਜਦੋਂ ਹੁਣ ਵੀ ਲੋੜ ਪਈ ਆਪ ਫਿਲਮ ਬਣਾ ਦਾਂਗੇ। ਉੱਥੇ ਉਹਨਾਂ ਜੀ ਸਵਾਲ ਹੋਰ ਕਹਿੰਦੇ ਨੇ ਕਿ ਜਿਵੇਂ ਤੁਹਾਨੂੰ ਪਹਿਲਾਂ ਕਹਿੰਦੇ ਨੇ ਕਿ ਪ੍ਰੋ ਬੀਜੇਪੀ ਨੇ ਜਾਂ ਪ੍ਰੀ ਪਲਾਨ ਕੀਤਾ ਜਾਂਦਾ ਹੈ, ਹੁਣ ਇਹ ਕਹਿੰਦੇ ਨੇ ਕਿ ਤੁਸੀਂ ਜੇਲ੍ਹ 'ਚ ਗਏ ਹੋ ਸਕਦਾ ਹੁਣ ਦੀਪ ਸਿੱਧੂ ਬਾਇਓਗ੍ਰਾਫੀ ਵੀ ਆ ਜਾਵੇ, ਉੱਥੋਂ ਕਰੋੜਾਂ ਰੁਪਏ ਇਕੱਠਾ ਕੀਤਾ ਜਾ ਸਕਦਾ। ਇੱਕ ਮਿੰਟ ਮੇਰੀ ਗੱਲ ਸੁਣੋ, ਅੱਜ ਤੱਕ ਦੀਵਾਨੀ ਤੱਕ ਆਈ ਨਹੀਂ ਫਿਲਮਾਂ ਤੋਂ ਆਪਾਂ, ਫਿਰ ਕਿੱਥੋਂ ਇਹ ਕੀ ਗਾਰੰਟੀ ਆ? ਇੰਨੀਆਂ ਫਿਲਮਾਂ ਬਣਾ ਕੇ ਦੀਵਾਨੀ ਨਹੀਂ ਕਮਾਈ, ਵਾਹਵਾਈ ਖੱਟੀ ਆ, ਤੇ ਹੁਣ ਕਰੋੜਾਂ ਰੁਪਏ ਇਕੱਠਾ ਹੋਣ ਦੀ ਗਾਰੰਟੀ ਕਿੱਥੋਂ? ਪਿਆਰ ਤਾਂ ਤੁਹਾਨੂੰ ਬਹੁਤ ਮਿਲ ਰਿਹਾ। ਨਹੀਂ, ਫਿਰ ਉਹ ਤਾਂ ਚਲੋ ਹੁਣ ਕੁਛ ਤਾਂ ਪ੍ਰਮਾਤਮਾ ਦੀ ਮਿਹਰ ਕਿਤੇ ਨਾ ਕਿਤੇ ਤਾਂ ਬਰਸਣੀ ਆ। ਪਰ ਇਸ ਨੂੰ ਵੀ ਉਹ ਇਸ ਦੀ ਉਲਟ ਸਮਝ ਕੇ ਲੈਂਦੇ ਨੇ। ਉਹ ਕਹਿੰਦੇ ਨੇ ਕਿ ਯੂਥ ਦਾ ਹੀ ਪਿਆਰ ਮਿਲ ਰਿਹਾ, ਬਾਕੀ ਕਿਸੇ ਹੋਰ ਕਮਿਊਨਿਟੀ ਦਾ ਨਹੀਂ ਮਿਲ ਰਿਹਾ, ਹੋਰ ਕਿਸੇ ਵਰਗ ਦਾ ਪਿਆਰ ਨਹੀਂ ਮਿਲ ਰਿਹਾ, ਸਿਰਫ ਯੂਥ ਦਾ ਪਿਆਰ ਮਿਲ ਰਿਹਾ। ਇੱਕ ਮਿੰਟ, ਇਹ ਗੱਲ ਨੂੰ ਇੱਕ ਗੱਲ ਦੱਸਦਾ, ਇਹ ਨਹੀਂ ਹੁੰਦੀ। ਇੰਨੀਆਂ ਭੈਣਾਂ ਨੇ, ਇੰਨੀਆਂ ਮਾਵਾਂ ਨੇ ਅਰਦਾਸਾਂ ਕੀਤੀਆਂ ਜਦੋਂ ਮੈਂ ਜੇਲ੍ਹਾਂ 'ਚ ਬੈਠਾ ਸੀ, ਔਰ ਉਹਨਾਂ ਕੋਈ ਜਾਤ ਪਾਤ ਨਹੀਂ, ਨੋ ਡਾਊਟ। ਕਿਵੇਂ ਉਹਨਾਂ ਦੇ ਦੇਣ ਦੇ ਦੂੰਗਾ ਦੱਸੋ? ਉਹਨਾਂ ਦਾ ਤਾਂ ਰਿਣੀ ਆ ਨਾ ਮੈਂ। ਸੋ ਇਹ ਗੱਲਾਂ ਜਿਹੜੀਆਂ ਬਾਈਨਰੀ ਚੀਜ਼ਾਂ ਦੇਖਣੀਆਂ ਜਾਂ ਪੋਲਰਾਈਜੇਸ਼ਨ ਕਰਨੀ, ਇਹ ਉਹਨਾਂ ਬੰਦਿਆਂ ਦਾ ਕੰਮ ਹੁੰਦਾ ਜਿਨ੍ਹਾਂ ਕੋਲੇ ਇੱਥੋਂ ਖਾਲੀ ਹੁੰਦੀ ਹੈ, ਇੰਟੈਲੈਕਟ ਨਹੀਂ ਹੁੰਦਾ ਤੇ ਰੂਹ ਹੁੰਦੀ ਹੋਈ ਨਹੀਂ ਆ। ਉਹ ਵੱਖਰੀ ਗੱਲ ਆ ਵੀ ਮੈਂ ਸਿੱਖ ਆਈਡੀਓਲੋਜੀ 'ਚ ਜੰਮਿਆ ਪਲਿਆ, ਸਿੱਖ ਆਈਡੀਓਲੋਜੀ ਦੀ ਗੱਲ ਕਰਦਾ। ਪੰਜਾਬ ਮੰਨਦਾ ਜੀ ਸਿੱਖ ਆਈਡੀਓਲੋਜੀ। ਹਾਂ, ਸੋ ਉਹ ਤਾਂ ਸਾਡਾ ਕਲਚਰ ਬਣ ਗਿਆ। ਤੁਸੀਂ ਇਹ ਦੇਖੋ, ਪਰ ਇਹਦਾ ਮਤਲਬ ਇਹ ਥੋੜੀ ਆ ਵੀ ਹਿੰਦੂ ਸਾਡੇ ਨਹੀਂ ਆ ਯਾਰ। ਇਹਦਾ ਮਤਲਬ ਇਹ ਥੋੜੀ ਆ ਵੀ ਦਲਿਤ ਸਾਡੇ ਨਹੀਂ ਆ। ਵੀਡੀਓ ਜਦੋਂ ਸ਼ੁਰੂ ਕੀਤੀ ਤੁਹਾਡੀ ਕੜੀ ਫਿਰ ਇੱਥੇ ਆ ਕੇ ਜੁੜ ਜਾਂਦੀ ਹੈ। ਬਾਈ ਜੀ ਨਹੀਂ, ਇੱਥੇ ਨਹੀਂ, ਮੈਂ ਇਸ ਕਰਕੇ ਜੋੜਦਾ ਕੜੀ ਵੀ ਇਹਨੂੰ ਬਾਈਨਰੀਜ਼ ਨਾ ਕ੍ਰੀਏਟ ਕਰੋ। ਕੜੀ ਕਿਉਂ ਜੋੜ ਰਿਹਾ ਹੈ? ਮੈਂ ਆਪ ਹੀ ਇਹ ਗੱਲ ਕਹਿ ਰਿਹਾ ਵੀ ਆ ਸਾਨੂੰ ਬਾਈਨਰੀਜ਼ 'ਚ ਪੰਜਾਬ ਨੂੰ ਨਹੀਂ ਦੇਖਣਾ ਚਾਹੀਦਾ, ਸਮੁੱਚਤਾ 'ਚ ਦੇਖਣਾ। ਤੁਸੀਂ ਸਪੀਚ ਦਿੱਤੀ ਸੀ ਸ਼ੰਭੂ ਮੋਰਚੇ ਤੇ ਜੀ ਕਿ ਜਾਗਦੇ ਸਿਰਾਂ ਵਾਲੇ ਸਿਰ ਜ਼ਖਮੀ ਹੋ ਜਾਏ ਲੇਕਿਨ ਝੁਕਦਾ ਨਹੀਂ, ਪਰ ਸਵਾਲ ਇਹ ਵੀ ਲੋਕ ਉਠਾਉਂਦੇ ਨੇ ਕਿ ਤੁਸੀਂ ਰੈੱਡ ਫੋਰਟ ਤੇ ਪਹੁੰਚਦੇ ਹੋ, ਲਾਲ ਕਿਲੇ ਤੇ ਪਹੁੰਚਦੇ ਹੋ, ਸਭ ਤੋਂ ਮੋਹਰੇ ਹੋ ਜਾਂਦੇ ਹੋ, ਪਹਿਲਾਂ ਪਿੱਛੇ ਹੁੰਦੇ ਹੋ, ਫਿਰ ਹਜ਼ਾਰਾਂ ਦਾ ਜਿਹੜਾ ਹਜੂਮ ਹੁੰਦਾ ਉਹਨੂੰ ਪਿੱਛੇ ਕਰਦੇ ਹੋ, ਤੁਸੀਂ ਸਭ ਤੋਂ ਮੋਹਰੇ ਜਾਂਦੇ ਹੋ, ਤੁਹਾਡੇ ਹੱਥ 'ਚ ਝੰਡਾ ਵੀ ਹੁੰਦਾ, ਝੰਡਾ ਲਹਿਰਾਇਆ ਵੀ ਜਾਂਦਾ ਹੈ, ਤੁਸੀਂ ਉੱਥੇ ਹੀ ਬੋਲਦੇ ਹੋ ਕਿ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ। ਉਸ ਤੋਂ ਬਾਅਦ ਜਦੋਂ ਤੁਹਾਡੀ ਜਿਹੜੀ ਤਸਵੀਰ ਹੈ, ਵੀਡੀਓ ਹੈ ਜਿਹੜੀ ਤੁਸੀਂ ਖੁਦ ਸਟ੍ਰੀਮ ਕਰ ਰਹੇ ਹੋ, ਥੱਲੇ ਹਜ਼ਾਰਾਂ ਲੋਕ ਖੜੇ ਨੇ, ਫਿਰ ਤੁਸੀਂ ਬਾਹਰ ਆ ਕੇ ਟਰੈਕਟਰ ਤੇ ਵੀ ਸਪੀਚ ਦਿੰਦੇ ਹੋ, ਉਸ ਤੋਂ ਬਾਅਦ ਦੂਜੇ ਟਰੈਕਟਰ ਤੇ ਵੀ ਸਪੀਚ ਦੇਣ ਦੀ ਕੋਸ਼ਿਸ਼ ਕਰਦੇ ਹੋ। ਤੁਸੀਂ ਬਾਹਰ ਆ ਜਾਂਦੇ, ਜਿਹੜੇ ਸਾਡੇ ਨੌਜਵਾਨ ਵੀਰ ਹੋਰ ਨੇ ਉਹਨਾਂ ਤੇ ਡੰਡਾ ਪਰੇਡ ਹੁੰਦੀ, ਲੇਕਿਨ ਤੁਹਾਨੂੰ ਜਿਹੜੇ ਉੱਥੇ ਦੇ IPS ਆਫੀਸਰਸ ਨੇ ਉਹ ਤੁਹਾਡੇ ਨਾਲ ਜਿਹੜਾ ਗੱਲਬਾਤ ਕਰਦੇ ਨੇ, ਡਾਇਲੋਗ ਕਰਦੇ ਨੇ, ਤੁਹਾਨੂੰ ਕਹਿੰਦੇ ਨੇ ਉਹਨੂੰ ਸਮਝਾਓ। ਤੁਸੀਂ ਵੀ ਤਾਂ ਜੇ ਇੱਕ ਤਰੀਕੇ ਨਾਲ ਕਹਿ ਰਹੇ ਤੁਸੀਂ ਲੀਡਰ ਨਹੀਂ ਹੋ, ਤੁਸੀਂ ਕਹਿੰਦੇ ਮੈਂ ਵੈਨ 'ਚ ਬਹਿ ਗਿਆ, ਜੇ ਵੈਨ 'ਚ ਬਹਿ ਕੇ ਫਿਰ ਤੁਸੀਂ ਸੇਮ ਸੀਗੇ, ਤੁਹਾਨੂੰ ਸਪੈਸ਼ਲ ਟ੍ਰੀਟਮੈਂਟ ਕਿਉਂ ਦਿੱਤਾ ਗਿਆ? ਬਾਈ ਜੀ ਦੇਖੋ, ਇਹ ਗੱਲ ਨਹੀਂ ਹੁੰਦੀ। ਉੱਥੇ ਇੱਕ ਰੈਕਗਨਾਈਜ਼ਡ ਫੇਸ ਕਿਹੜਾ ਜਿਹਦੇ ਨਾਲ ਲੋਕ ਆਈਡੈਂਟੀਫਾਈ ਕਰ ਰਹੇ ਆ, ਉਹ ਤਾਂ ਇਹ ਕਹਿ ਰਹੇ ਕਿ ਤੁਸੀਂ ਲੈ ਕੇ ਆਇਓ, ਜੇ ਕੋਈ ਲੈ ਕੇ ਆਇਆ ਫਿਰ ਵਾਇਲੇਸ਼ਨ ਕਰਾਉਣ ਲਈ ਫਿਰ ਇੱਕ ਮਿੰਟ, ਕਿਸਾਨ ਆਗੂਆਂ ਨੂੰ ਫਿਰ ਅੱਜ ਹੀ ਦਿੱਲੀੋਂ ਵਾਪਸ ਮੁੜਿਆ ਆਉਣਾ ਚਾਹੀਦਾ। ਅਸੀਂ ਸਾਂਭ ਲੈਂਦੇ ਆ, ਨਿਹੰਗ ਸਿੰਘ ਜਥੇਬੰਦੀਆਂ ਬੈਠੀਆਂ, ਹੋਰ ਬਹੁਤ ਜਥੇਬੰਦੀਆਂ ਬੈਠੀਆਂ, ਤੁਹਾਨੂੰ ਲੱਗਦਾ ਆਨਸਰ ਜਸਟੀਫਾਈ ਕਰੇਗਾ? ਅਸੀਂ ਸਾਂਭ ਲੈਂਦੇ ਆ। ਨਹੀਂ, ਮੈਂ ਤੁਹਾਨੂੰ ਦੱਸਦਾ, ਜੇ ਮੈਂ ਲੈ ਕੇ ਚਲਾ ਗਿਆ, ਜੇ ਉਹਨਾਂ ਨੇ ਅਗਲੇ ਦਿਨ ਇਹ ਸਟੇਟਮੈਂਟ ਦਿੱਤੀ ਸੀ, ਉਹ ਤਾਂ ਸਾਡੇ ਲੋਕ ਹੀ ਨਹੀਂ ਸੀ, ਉਹ ਤਾਂ ਦੀਪ ਸਿੱਧੂ ਲੈ ਗਿਆ ਸੀ। ਉਹ ਕਹਿੰਦੇ ਗਏ ਵੀ 5% 95% ਸਾਡੇ ਨਾਲ ਆ। ਤੁਸੀਂ ਦੂਜੇ ਪਾਸੇ ਦੀ ਕੋਈ ਵੀਡੀਓ ਆਈ ਆ? ਦੂਜੇ ਪਾਸੇ ਦੀ ਕੋਈ ਵੀਡੀਓ ਆਈ ਆ? ਪੰਧੇਰ ਦੇ ਇੰਟਰਵਿਊ ਦੇਖ ਕੇ ਇਨਫਲੂਐਂਸ ਹੋ ਕੇ ਚੱਲ ਗਿਆ, ਤੁਸੀਂ ਪੰਧੇਰ ਸਾਹਮਣੇ ਦੇਖ ਕੇ ਯਾਰ ਇਨਫਲੂਐਂਸ ਕਿਵੇਂ? ਜਦੋਂ ਇਨਫੋਰਮੇਸ਼ਨ ਦਿੱਤੀ ਉਹਦੇ ਤੋਂ ਇਨਫਲੂਐਂਸ ਕੀ ਹੋਣਾ? ਉਹਨਾਂ ਨੇ ਕਿਹਾ ਰੈੱਡ ਫੋਰਟ ਚਲੋ, ਚਰੂਨੀ ਸਾਹਿਬ ਦੇ ਪਿੱਛੇ ਸਾਡੇ ਬੰਦੇ ਸੀ ਉਹਨਾਂ ਦੀ ਕਾਰ ਦੇ, ਚਰੂਨੀ ਸਾਹਿਬ ਦੀ ਸਟੇਟਮੈਂਟ ਸੀ ਰੈੱਡ ਫੋਰਟ ਚਲੋ।
ਹੁਣ ਮੈਂ ਕਿੱਥੇ ਪਹੁੰਚੇ ਇਹ ਬੰਦੇ ਤੁਸੀਂ ਜਾਗਦੇ ਸਿਰ ਵਾਲੇ ਹੋ, ਤੁਸੀਂ ਉੱਥੋਂ ਆਏ ਕਿਉਂ? ਤੁਸੀਂ ਰੁਕਦੇ ਜਿਹੜੇ ਸਾਡੇ ਨੌਜਵਾਨ ਉਹਨਾਂ ਨੂੰ ਸੇਵ ਕਰਦੇ। ਮੈਂ ਸਰ ਇੱਕ ਪਲੀਜ਼ ਗੱਲ, ਮੈਂ ਤੁਹਾਨੂੰ ਪਹਿਲਾਂ ਗੱਲ 26 ਤਰੀਕ ਨੂੰ ਮੈਂ ਤੁਹਾਡੀ ਗੱਲ ਦੱਸਦਾ ਪਹਿਲਾਂ। ਤੁਸੀਂ ਕਹਿੰਦੇ ਹੋ ਦੂਜਿਆਂ ਦੀ ਡੰਡਾ ਪਰੇਡ ਹੋਈ, ਮੇਰੇ ਸਾਹਮਣੇ ਕਿਸੇ ਦੀ ਡੰਡਾ ਪਰੇਡ ਨਹੀਂ। ਗੋਲੀਆਂ ਚੱਲੀਆਂ ਉੱਥੇ ਬਾਈ ਜੀ, ਮੇਰੇ ਸਾਹਮਣੇ ਕਿਸੇ ਦੀ ਕੋਈ ਗੋਲੀ ਨਹੀਂ ਚੱਲੀ। ਇੱਕ ਗੋਲੀ ਚੱਲੀ ਆ ਉਹ ਵੀ ਬਾਅਦ ਚ। ਪੰਦੇਰ ਸਾਹਿਬ ਦੀ ਇਨਫੋਰਮੇਸ਼ਨ ਪਹੁੰਚ ਗਈ, ਗੋਲੀ ਚੱਲੀ ਵਾਲੀ ਇਨਫੋਰਮੇਸ਼ਨ ਨਹੀਂ ਪਹੁੰਚੀ। ਕਿਉਂਕਿ ਮੈਂ ਉਦੋਂ ਉੱਥੇ ਸੀ ਨਹੀਂ, ਮੈਂ ਰੈੱਡ ਫੋਰਟ ਚੋਂ ਨਿਕਲ ਗਿਆ ਸੀ 2:45 ਵਜੇ। ਤੁਸੀਂ ਜਿਹੜੀ ਗੱਡੀ ਚਾਹੇ ਉਹਦੇ ਚ ਨਹੀਂ ਗਏ, ਤੁਸੀਂ ਕਿਸੇ ਬਾਈਕ ਤੇ ਗਏ। ਤੁਹਾਡੇ ਨਾਲ ਨਹੀਂ, ਬਾਈਕ ਤੇ ਨਹੀਂ ਗਿਆ। ਤੁਸੀਂ ਸਮਝੋ ਗੱਲ। ਵੀਡੀਓ ਸਰ ਸਾਰੇ ਸਾਹਮਣੇ ਬਾਈ ਜੀ, ਵੀਡੀਓ ਸੁਖਦੇਵ ਦੇ ਢਾਬੇ ਦੀ ਆ ਉਹ। ਮੈਂ ਗੱਲ ਨਹੀਂ ਕਹਿ ਰਿਹਾ, ਪੂਰਾ ਪੰਜਾਬ ਕਹਿ ਰਿਹਾ। ਪੰਜਾਬ ਨਹੀਂ ਕਹਿ ਰਿਹਾ ਹੈ ਇਹ ਗੱਲ, ਪੰਜਾਬ ਦੇ ਸਾਹਮਣੇ ਸੱਚ ਆ ਚੁੱਕਿਆ। ਜੇ ਪੰਜਾਬ ਇਹ ਗੱਲ ਕਹਿ ਰਿਹਾ ਹੁੰਦਾ ਤਾਂ ਖੂਨਦਾਨ ਕੈਂਪ ਨਹੀਂ ਲੱਗਣੇ ਸੀ। ਸੋ ਇਸ ਗੱਲ ਨੂੰ ਤੁਸੀਂ ਸਮਝੋ। ਸਿਚੁਏਸ਼ਨ ਸੰਭਾਲਣ ਦੀ ਕੋਸ਼ਿਸ਼ ਕੀਤੀ, 40-50 ਮਿੰਟ ਉੱਥੇ ਬਹੁਤ ਸਿਚੁਏਸ਼ਨ ਸੰਭਾਲਣ ਦੀ ਕੋਸ਼ਿਸ਼ ਕੀਤੀ, ਉਹਨੂੰ ਬਹੁਤ ਨੈਗੇਟਿਵਲੀ ਦਿਖਾਇਆ ਗਿਆ। ਕਿਸਾਨ ਆਗੂ ਕੋਈ ਨਹੀਂ ਪਹੁੰਚਿਆ। ਮੇਰੀ ਜਿਸ ਸਪੀਚ ਤੁਸੀਂ ਟਰੈਕਟਰ ਵਾਲੀ ਸੁਣੀ ਆ, ਮੇਰੀ ਫੇਸਬੁੱਕ ਤੇ ਜਾ ਕੇ ਸੁਣ ਲਿਓ। ਉੱਥੇ ਇਹ ਗੱਲ ਕਹੀ ਆ, ਉਹ ਲੀਡਰਸ਼ਿਪ ਆ, ਉਹਨਾਂ ਦੀ ਅਗਵਾਈ ਚ ਆਏ ਆ ਅਸੀਂ। ਤੇ ਉੱਥੇ ਝੰਡੇ ਦੇਖਿਓ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ, ਸੰਯੁਕਤ ਕਿਸਾਨ ਮੋਰਚਾ ਦੇ, ਉਹ ਝੰਡੇ ਬੰਦੇ 5% ਲੈ ਕੇ ਚਲੇ ਗਏ। ਕਿੱਡਾ ਵੱਡਾ ਝੂਠ ਹੈ ਇਹ। ਅਗਲੀ ਜਿਹੜੀ ਗੱਲ, ਫਿਰ ਦੂਜੇ ਪਾਸੇ ਜਿਹੜਾ ਰੂਟ ਸੀ ਉੱਥੇ ਕੋਈ ਨਹੀਂ ਗਿਆ। ਈਵਨ ਆਪ ਕਿਸਾਨ ਆਗੂ ਨਹੀਂ ਗਏ, ਦਿੱਲੀ ਦੇ ਅੰਦਰ ਨੂੰ ਆਏ ਆ। ਫਿਰ ਦਿੱਲੀ ਦੇ ਅੰਦਰ ਆ ਕੇ ਜਦੋਂ ਇਹ ਗੱਲ ਪਤਾ ਲੱਗ ਗਈ, ਇਨਸਿਕਿਉਰਿਟੀ, ਵੀ ਜਿਹੜਾ ਇਵੈਂਟ ਹੋ ਗਿਆ ਏਡਾ ਵੱਡਾ, ਇਸ ਇਵੈਂਟ ਨੂੰ ਜੇ ਅਸੀਂ ਐਸਟੈਬਲਿਸ਼ ਕਰਨਾ, ਜੇ ਇਸ ਇਵੈਂਟ ਨੂੰ ਰੈਕਗਨਾਈਜ਼ ਕਰਨਾ, ਤਾਂ ਇੱਕੋ ਹੀ ਨਾਂ ਚਮਕੂਗਾ, ਉਹ ਦੀਪ ਸਿੱਧੂ ਆ। ਉਸ ਇਨਸਿਕਿਉਰਿਟੀ ਚੋਂ ਇਹਨਾਂ ਨੇ ਕਿਹਾ ਉਹ ਤਾਂ ਸਾਡੇ ਬੰਦੇ ਹੀ ਨਹੀਂ ਸੀ, ਉਹਨਾਂ ਨੂੰ ਤਾਂ ਦੀਪ ਸਿੱਧੂ ਲੈ ਗਿਆ। ਤੁਸੀਂ ਉਹਨਾਂ ਬੰਦਿਆਂ ਤੋਂ ਪੁੱਛੋ ਜਾ ਕੇ, ਲੱਖਾਂ ਬੰਦੇ, ਹਜ਼ਾਰਾਂ ਬੰਦੇ 4 ਸਾਈਡ ਤੋਂ ਬਾਰਡਰ ਤੋੜ ਕੇ ਆਏ, ਤੁਸੀਂ ਉਹਨਾਂ ਨੂੰ ਯਾਰ ਉੱਥੇ ਅਨਾਥ ਕਰ ਜਾਂਦੇ ਹੋ, ਛੱਡ ਜਾਂਦੇ ਹੋ। ਇਹ ਤਾਂ ਹੀ ਮੈਂ ਇਰਰਿਸਪੌਂਸਿਬਿਲਿਟੀ ਦੀ ਗੱਲ ਕਰਦਾ। ਮੈਂ ਇਹ ਨਹੀਂ ਕਹਿੰਦਾ ਉਹ ਇਰਰਿਸਪੌਂਸਿਬਲ। ਦੀਪ ਸਿੱਧੂ ਨੇ ਰਿਸਪੌਂਸਿਬਿਲਿਟੀ ਲਈ, ਫਿਰ ਬਿਲਕੁਲ ਲਈ। ਦੀਪ ਸਿੱਧੂ ਆਪ ਚਲ ਦੀਪ ਸਿੱਧੂ ਫੇਰ ਉੱਪਰ ਗਿਆ, ਲੋਕਾਂ ਨੂੰ ਹੱਥ ਜੋੜ ਕੇ ਉੱਤੋਂ ਥੱਲੇ ਲੈ ਕੇ ਆਇਆ। ਤੁਸੀਂ ਕਹਿੰਦੇ 2 ਵਜੇ ਮੈਂ ਪਹੁੰਚਿਆ, 2:45 ਆ ਗਿਆ। ਦੀਪ ਸਿੱਧੂ 3 ਵਜੇ ਵਾਪਸ ਗਿਆ। 1 ਮਿੰਟ, 3 ਵਜੇ ਵਾਪਸ ਨਹੀਂ ਗਿਆ। ਦੀਪ ਸਿੱਧੂ 2:45 ਜਾਂ 3 ਵਜੇ ਤੋਂ 5 ਮਿੰਟ ਪਹਿਲਾਂ ਉੱਥੋਂ ਨਿਕਲ ਗਿਆ, ਕਿਉਂਕਿ ਉਦੋਂ ਤੱਕ ਬਹੁਤ ਕੁਝ ਸ਼ੁਰੂ ਹੋ ਚੁੱਕਿਆ ਸੀ। ਮੇਰੇ ਅਗੇਂਸਟ ਸਾਰਾ ਨੈਰੇਟਿਵ ਸ਼ੁਰੂ ਹੋ ਚੁੱਕਿਆ ਸੀ। ਉਦੋਂ ਨਿਕਲਿਆ, ਉੱਥੋਂ ਤੁਰ ਕੇ 3 ਕਿਲੋਮੀਟਰ ਗਿਆ ਮੈਂ। ਫਿਰ ਇੱਕ ਕਾਰ 'ਚ ਬੈਠਾ, ਕਿਸੇ ਦਿੱਲੀ ਦੇ ਮੁੰਡੇ ਸੀ, ਉਹ ਵੀ ਇਸੇ ਐਜੀਟੇਸ਼ਨ 'ਚ ਆਏ ਹੋਏ ਸੀ। ਉਹਨਾਂ ਨੇ ਮੈਨੂੰ ਅੱਧੇ ਰਾਹ ਸਿੰਘੂ ਬਾਰਡਰ ਤੱਕ ਛੱਡਿਆ। ਉਸ ਤੋਂ ਬਾਅਦ ਮੈਂ ਇੱਕ ਸਕਾਰਪੀਓ 'ਚ ਆਇਆ, ਜਲੰਧਰ ਦੇ ਮੁੰਡੇ ਸੀ, ਉਹਨਾਂ ਨੇ ਮੈਨੂੰ ਸੁਖਦੇਵ ਦੇ ਢਾਬੇ ਤੇ ਛੱਡਿਆ। ਸੁਖਦੇਵ ਦੇ ਢਾਬੇ ਤੇ ਮੇਰੇ ਤੇ ਅਟੈਕ ਹੁੰਦਾ, ਨਿਹੱਥੇ ਬੰਦੇ ਤੇ, ਇਕੱਲੇ ਤੇ 25 ਬੰਦੇ ਅਟੈਕ ਕਰਦੇ ਆ। ਜਿੱਥੋਂ ਮੈਂ ਮੋਟਰਸਾਈਕਲ ਲੈ ਕੇ ਜਾਂਦਾ, ਉਹ ਵੀ ਮੈਂ 1 ਮਿੰਟ, ਉਹ ਹੁਣ ਕਿਸਾਨ ਯੂਨੀਅਨ ਦੇ ਬੰਦੇ ਆ, ਮੈਨੂੰ ਪਤਾ ਕੌਣ ਆ, ਪਰ ਉਹਨਾਂ ਗੱਲਾਂ ਨੂੰ ਮੈਂ ਨਹੀਂ ਛੇੜ ਰਿਹਾ। ਫਿਰ ਉਹੀ ਕਹਿਣਗੇ ਵੀ ਇਹ ਦੇਖੋ 2 ਫਾੜ ਕਰ ਰਿਹਾ। ਮੈਂ ਕਹਿੰਦਾ ਚਲੋ ਉਹਨਾਂ ਨੂੰ ਢੱਕੀਆਂ ਰਹਿਣ ਦਿਓ, ਸਮੇਂ ਆਉਣ ਤੇ ਮੈਂ ਕੱਢੂੰਗਾ ਇਹ ਗੱਲ। ਉੱਥੋਂ ਵੀ ਮੋਟਰਸਾਈਕਲ ਲੈ ਕੇ ਜਦੋਂ ਮੈਂ ਨਿਕਲਦਾ, ਉਹ ਕੋਈ ਮਾੜਾ ਬੰਦਾ ਹੁੰਦਾ ਨਹੀਂ ਨਿਕਲ ਸਕਦਾ ਸੀ। ਮੈਂ ਤਾਂ ਫਿਰ ਪੰਜਾਬੀਆਂ ਵਾਂਗੂ ਗਾਲ ਕੱਢ ਕੇ ਗਿਆ ਉਹਨਾਂ ਨੂੰ। ਜੇ ਏਡਾ ਹੀ ਜ਼ੋਰ ਸੀ ਤਾਂ ਰੋਕ ਲੈਂਦੇ। ਪਰ ਗੱਲ ਇਹ ਆ, ਇਹਨਾਂ ਨੇ ਗੱਲ ਕਿਵੇਂ ਫਲਾਉਣੀ ਹੁੰਦੀ ਆ ਵੀ ਆਹ ਵੇਖੋ ਭੱਜ ਗਿਆ। ਭੱਜਿਆ ਨਹੀਂ, ਤੁਸੀਂ ਨਿਹੱਥੇ ਤੇ 25 ਬੰਦੇ ਆ ਕੇ ਵਾਰ ਕਰ ਰਹੇ ਹੋ। ਤੁਹਾਡੀ ਬਹਾਦਰੀ ਆ ਕਿ ਉੱਥੋਂ ਜਿਹੜਾ ਤੁਹਾਨੂੰ ਗਾਲ ਕੱਢ ਕੇ ਜਾਂਦਾ ਉਹਦੀ ਬਹਾਦਰੀ ਆ? ਮੈਨੂੰ ਇਹ ਗੱਲ ਦੱਸੋ। ਆਪਸ 'ਚ ਗਾਲਾਂ ਕੱਢਣੀਆਂ ਹੀ ਕਿਉਂ ਬਾਈ ਜੀ? ਕਿਉਂ ਆਪਸ 'ਚ ਤੁਹਾਨੂੰ ਮਰ ਜਾਓ? ਮੈਂ ਤੁਸੀਂ ਇਕੱਲੇ ਹੋ, ਮੇਰੇ 25 ਬੰਦੇ ਤੁਹਾਨੂੰ ਇਕੱਲੇ ਨੂੰ ਆ ਕੇ ਪੈ ਜਾਣ, ਤੁਹਾਡਾ ਮੂੰਹ ਸਿਰ ਸੁਧਾਰ ਦੇਣ ਚੰਗੀ ਤਰ੍ਹਾਂ, ਫਿਰ ਇਹ ਬਹਾਦਰੀ ਹੋਊਗੀ? ਆਪਸ 'ਚ ਗਾਲਾਂ ਕਿਉਂ ਕੱਢਣੀਆਂ? ਤਾਂ ਕਿਸਾਨ ਯੂਨੀਅਨ ਤੋਂ ਪੁੱਛੋ, ਜਿਨ੍ਹਾਂ ਨੇ ਟੀਮਾਂ ਬਣਾਈਆਂ ਸੀ 8-8 ਵੀ ਦੀਪ ਸਿੱਧੂ ਤੇ ਅਟੈਕ ਕਰੋ, ਜਾਂ ਤਾਂ ਮਾਰ ਦਿਓ ਜਾਂ ਉਹਦਾ ਚਿਹਰਾ ਵਿਗਾੜ ਦਿਓ। ਯਾਰ ਤੁਹਾਨੂੰ ਲੱਗਦਾ ਤੁਹਾਡਾ ਚਿਹਰਾ ਵਿਗਾੜ ਕੇ ਉਹ ਬਚ ਸਕਦੇ ਆ? ਬਾਈ ਜੀ 1 ਮਿੰਟ, ਕੌਣ ਨਹੀਂ ਬਚ ਸਕਦਾ? ਗੱਲ ਹੀ ਕਹਿਣੀ ਆ ਵੀ ਮੌਬ ਸੀਅਰ ਇਹਦੀ ਖਿਲਾਫਤ ਬਹੁਤ ਸੀ ਕਰਕੇ 25 ਤਰੀਕ ਨੂੰ ਉੱਥੋਂ ਸਾਨੂੰ ਕੱਢਿਆ ਹੀ ਇਸ ਕਰਕੇ ਗਿਆ ਵੀ ਤੁਸੀਂ ਨਿਕਲ ਜਾਓ, ਇਕੱਠੇ ਹੋਏ ਫਿਰਦੇ ਆ, ਕੋਈ ਨਾ ਕੋਈ ਨੁਕਸਾਨ ਕਰਨਗੇ ਤੇ ਦੀਪ ਦਾ ਨੁਕਸਾਨ ਕਰਨਗੇ। ਹੁਣ ਹਾਲ ਦੀ ਘੜੀ ਤੁਹਾਨੂੰ ਮੇਰੇ ਤੇ ਗੁੱਸਾ ਆ ਰਿਹਾ ਕਿ ਮੈਂ ਸਵਾਲ ਕਿਉਂ ਪੁੱਛ ਰਿਹਾ? ਤੁਹਾਡੇ ਤੇ ਨਹੀਂ ਗੁੱਸਾ ਆ ਰਿਹਾ, ਉਹ ਇਮੋਸ਼ਨਸ ਵਾਪਸ ਆ ਰਹੇ ਆ ਮੇਰੇ, ਉਹ ਇਮੋਸ਼ਨਸ ਤੁਸੀਂ ਜਗਾਤੇ। ਇੱਕ ਹੋਰ ਗੱਲ ਆ ਰਹੀ ਹੈ ਜੀ ਮੇਰੇ ਦਿਮਾਗ ਵਿੱਚ, ਤੁਸੀਂ ਕਿਹਾ ਸੀਗਾ ਕਿ ਸਾਨੂੰ ਜਿਹੜੀ ਨਿਆਂ ਪ੍ਰਣਾਲੀ ਇਹ ਤੋਂ ਇਨਸਾਫ ਨਹੀਂ ਮਿਲਣਾ। ਇੱਕ ਵੀਡੀਓ ਇਹ ਵੀ ਹੈਗੀ ਹੈ, ਮੈਂ ਤੁਹਾਨੂੰ ਜੇ ਕਹੂੰਗਾ ਸ਼ੇਅਰ ਵੀ ਕਰ ਦੂੰਗਾ। ਉਸ ਤੋਂ ਬਾਅਦ ਜਦੋਂ ਤੁਹਾਨੂੰ ਜ਼ਮਾਨਤ ਮਿਲੀ ਹੈ, ਤੁਸੀਂ ਕਿਹਾ ਜੀ ਮੈਨੂੰ ਪੂਰਾ ਯਕੀਨ ਹੈ ਜਿਹੜੇ ਸਾਡੇ ਉੱਥੇ ਨਾਲ ਨੌਜਵਾਨ ਅੰਦਰ ਹੈਗੇ ਨੇ, ਉਹਨਾਂ ਦੇ ਜਿਹੜਾ ਤੁਹਾਨੂੰ ਪਤਾ ਕਿ 3rd ਡਿਗਰੀ ਦਿੱਤੀ ਜਾਂਦੀ ਹੈ। ਕਾਜਮਪੁਰ ਦਾ ਰਣਜੀਤ ਸਾਡੇ ਨਵੇਂ ਸ਼ਹਿਰ ਦਾ, ਮੈਂ ਉਹਨੂੰ ਕੱਲ ਵੀ ਮਿਲ ਕੇ ਆਇਆ। ਉਹ ਤੋਂ ਪੁੱਛੋ, ਗੰਨਿਆਂ ਵਾਂਗ ਪੀੜਿਆ ਗਿਆ। ਪਰ ਉਸ ਵਾਲ ਇਹੀ ਪੁੱਛਦੇ ਨੇ ਕਿ ਤੁਹਾਨੂੰ ਕੁਝ ਨਹੀਂ ਕਿਹਾਗਾ। ਮੈਂ ਇਹ ਚੀਜ਼ ਤਾਂ ਪੁੱਛਿਆ ਤਾਂ ਕਿ ਕਲੀਅਰ ਕਰੋ। ਜਿਵੇਂ ਤੁਸੀਂ ਦੱਸਿਆ ਕਿ ਮੈਂ 2 ਬਾਈ 6 ਫੁੱਟ ਦੇ ਕਮਰੇ 'ਚ ਰਿਹਾ। ਇੱਕ ਮਿੰਟ ਮੈਂ ਤੁਹਾਨੂੰ ਦੱਸਦਾ, ਇਹ ਗੱਲ ਨਹੀਂ ਆ ਵੀ ਮੈਨੂੰ ਕੁਝ ਨਹੀਂ ਕਿਹਾ, ਪਰ ਮੇਰੇ ਤੇ ਫਿਜ਼ੀਕਲ ਟਾਰਚਰ ਜਿਹੜਾ ਉਹਨਾਂ ਨੇ ਕੀਤਾ, ਮੈਂਟਲ ਟਾਰਚਰ 'ਚੋਂ ਮੈਨੂੰ ਬਹੁਤ ਵੱਡਾ ਪਾਇਆ ਗਿਆ। ਪਰ ਫਿਜ਼ੀਕਲ ਟਾਰਚਰ ਮੇਰੇ ਤੇ ਵੀ ਕੁੱਟਮਾਰ ਵਾਲਾ ਜਿਹੜਾ ਕੰਮ ਆ 3rd ਡਿਗਰੀ ਵਾਲਾ ਨਹੀਂ ਹੋਇਆ। ਉਹ
ਉਹ ਮੈਨੂੰ ਮੈਂਟਲੀ ਬ੍ਰੇਕ ਕਰਨਾ ਚਾਹੁੰਦੇ ਸੀ ਤੇ ਕ੍ਰਾਈਮ ਬ੍ਰਾਂਚ ਨੇ ਜਿੰਨੇ ਫੜੇ ਸੀ ਉਹਨਾਂ ਤੇ ਕਿਸੇ ਤੇ 3rd ਡਿਗਰੀ ਵਾਲਾ ਉਹਨਾਂ ਨੇ ਟੌਰਚਰ ਨਹੀਂ ਕੀਤਾ। ਬਾਬਾ ਸੁਖਦੇਵ ਸਿੰਘ ਕਰਨਾਲ ਰਹਿੰਦੇ ਆ ਮੇਰੇ ਨਾਲ ਜੇਲ੍ਹ 'ਚ ਸੀ, ਉਹਨਾਂ ਤੋਂ ਪੁੱਛ ਲਓ ਜਾ ਕੇ। ਜਾਂ ਹੋਰ ਇੱਕ ਅੱਧਾ ਥੱਪੜ ਕਿਸੇ ਦੇ ਮਾਰਿਆ ਹੋਵੇ, ਪੁਲਿਸ ਉਹ ਥੱਪੜ ਕੁੱਟ ਨਹੀਂ ਹੁੰਦੀ, ਕੁੱਟ ਸਾਨੂੰ ਪਤਾ ਪੁਲਿਸ ਕਿਵੇਂ ਕੁੱਟਦੀ ਆ। ਜਿਹੜਾ ਰਣਜੀਤ ਆਪਣਾ ਫੜਿਆ ਗਿਆ ਸੀ ਉਹ ਕਿਸੇ ਸੈਪਰੇਟ ਥਾਣੇ ਨੇ ਚੱਕਿਆ ਸੀ, ਕਿਸੇ ਸੈਪਰੇਟ ਜਗ੍ਹਾ ਤੋਂ ਚੱਕਿਆ ਸੀ, ਉਹ ਸਰਕਮਸਟੈਂਸਸ ਵੱਖਰੇ ਸੀ। ਉਹਨਾਂ ਨੇ ਉਹ ਜ਼ਰੂਰ ਬੰਦੇ ਕੁੱਟੇ ਆ, ਪਰ ਕ੍ਰਾਈਮ ਬ੍ਰਾਂਚ ਵਾਲਿਆਂ ਨੇ ਕੋਈ ਬੰਦਾ ਨਹੀਂ ਕੁੱਟਿਆ। ਇਹਦੀ ਤਾਂ ਮੈਨੂੰ 200% ਮੈਨੂੰ ਪਤਾ ਨਾ ਜਿੰਨੇ ਬੰਦੇ ਫੜੇ ਗਏ ਸੀ। ਅਗਲੀ ਗੱਲ ਜਿਹੜੀ ਤੁਸੀਂ ਹੁਣੇ ਕੀਤੀ ਆ ਵੀ 2x6 ਦੇ ਜਾਂ ਉਹ ਤਾਂ 2.5 ਫੁੱਟ ਤੇ 6 ਫੁੱਟ ਤਾਂ ਲੰਬਾ ਵੀ ਨਹੀਂ ਸੀ, ਜਿਹਦੇ ਚ ਮੈਂ 14 ਦਿਨ ਰਿਹਾ ਜਦੋਂ ਮੈਂ ਰਿਮਾਂਡ 'ਚ ਸੀ। ਉਹਦੇ ਚ ਕੋਈ ਰੋਸ਼ਨੀ ਨਹੀਂ, ਕੁਛ ਨਹੀਂ, ਬਹੁਤ ਡਿਫਿਕਲਟ ਟਾਈਮ ਸੀ ਯਾਰ। ਇਟ ਵਾਸ ਨਾਟ ਈਜ਼ੀ। ਜਿੱਦੇ ਮੈਂ ਜੇਲ੍ਹ ਗਿਆ, ਜਿਹਦੇ ਤੇ ਬੀਤਦੀ ਆ ਉਹਨੂੰ ਹੀ ਪਤਾ। ਹਾਂ, ਜਿੱਦੇ ਮੈਂ ਜੇਲ੍ਹ ਗਿਆ, ਪਹਿਲਾ ਫੋਨ ਜਦੋਂ ਮੈਂ ਕੀਤਾ ਮਨਦੀਪ ਨੂੰ, ਮੇਰੇ ਬ੍ਰਦਰ ਨੂੰ, ਮੈਂ ਉਹਨਾਂ ਨੂੰ ਕਿਹਾ ਬੇਲ ਫਾਈਲ ਕਰੋ, ਇੱਥੇ ਰਹਿਣਾ ਬਹੁਤ ਔਖਾ, ਇੱਥੇ ਨਹੀਂ ਰਿਹਾ ਜਾ ਸਕਦਾ। ਤੁਸੀਂ ਕਿਉਂ? ਇਟ ਵਾਸ ਅ ਸ਼ੌਕ ਵੀ ਵੀ ਜ਼ਿੰਦਗੀ ਹੋ ਸਕਦੀ ਹੈ। ਜਾਨਵਰਾਂ ਤੋਂ ਬੱਤਰ ਤੁਹਾਨੂੰ ਟਰੀਟ ਕਰਦੇ ਆ, ਤੁਹਾਡੇ ਮੂਹਰੇ ਰੋਟੀਆਂ ਆਏ ਸਿੱਟ ਜਾਂਦੇ ਆ, ਤੁਹਾਨੂੰ ਪੀਲਾ ਪਾਣੀ ਪੀਣ ਨੂੰ ਦਿੰਦੇ ਆ। ਮੈਨੂੰ 24 ਘੰਟੇ ਮੈਂ ਬੰਦ ਇੱਕ ਜੇਲ੍ਹ 'ਚ ਛੋਟੀ ਜਿਹੀ ਸੈੱਲ 'ਚ। ਇਟਸ ਨਾਟ ਈਜ਼ੀ ਬ੍ਰਦਰ। ਜੇਲ੍ਹਾਂ ਖਾਲਾ ਜੀ ਦਾ ਵਾੜਾ ਨਹੀਂ ਆ। ਪਰ ਜਿਹੜੇ ਸਾਡੇ ਨੌਜਵਾਨ ਹੱਲੇ ਵੀ ਜੇਲ੍ਹਾਂ ਦੇ ਅੰਦਰ ਹੈ, ਉਹਦੇ ਲਈ ਆਪਾਂ ਕੀ ਕਰ ਰਹੇ ਹਾਂ? ਕੁਝ ਸੋਚਿਆ, ਕੁਝ ਪਲਾਨ ਕਰ ਰਹੇ ਹੋ? ਕਰਨਾ ਪੈਣਾ ਚਾਹੀਦਾ। ਤੁਸੀਂ ਇਸ ਚੀਜ਼ ਨੂੰ ਕਿਉਂ ਨਹੀਂ ਪੁੱਟ ਅਪ ਕਰਦੇ? ਇਹ ਨੌਜਵਾਨ ਤੁਹਾਡੇ ਤੇ ਇੱਕ ਵਿਸ਼ਵਾਸ ਕਰਦੇ ਨੇ। ਮੈਂ ਜੇ ਪੁੱਟ ਅਪ ਕਰਦਾ, ਤੁਸੀਂ ਕਹਿ ਦਿੰਦੇ ਹੋ ਕਿਸਾਨੀ ਸੰਘਰਸ਼ ਦੀ ਗੱਲ, ਤਾਂ ਮੈਂ ਵਧਾ ਰਿਹਾ, ਦਾਇਰਾ ਹੀ ਵਧਾ ਦਿੰਦਾ। ਜਿਹੜੇ ਜੇਲ੍ਹਾਂ ਵਿੱਚ ਨੇ ਭਾਈ ਜੀ, ਇੱਕ ਮਿੰਟ, ਉਹੀ ਤਾਂ ਮੈਂ ਤੁਹਾਨੂੰ ਗੱਲ ਦੱਸਦਾ ਨਾ। ਹਜੇ ਅਸੀਂ ਕਿਸਾਨੀ ਸੰਘਰਸ਼ 'ਚ ਸੀ, ਹਨਾ। ਕਿਸਾਨੀ ਸੰਘਰਸ਼ 'ਚ ਹਜੇ ਵੀ ਮੈਂ ਪੋਲੀਟੀਕਲੀ ਜੋ ਨੈਰੇਟਿਵ ਆ ਉਹਨੂੰ ਕਿਤੇ ਨਾ ਕਿਤੇ ਥਰੋ ਕਰਦਾ ਸੀ, ਤੇ ਮੇਰੇ ਤੇ ਇਲਜ਼ਾਮ ਕੀ ਲੱਗਦੇ ਸੀ? ਦੇਖੋ, ਮੁੱਦੇ ਤੋਂ ਭੜਕਾ ਰਿਹਾ, ਹੋਰ ਪਾਸੇ ਲੈ ਕੇ ਜਾ ਰਿਹਾ ਗੱਲਾਂ। ਕਿਸਾਨੀ ਸੰਘਰਸ਼ ਦੀ ਗੱਲ ਕਰ ਰਹੇ ਆ, ਇੱਥੇ ਤਾਂ ਖੇਤੀ ਬਿੱਲਾਂ ਦੀ ਗੱਲ ਹੀ ਹੋਣੀ ਚਾਹੀਦੀ ਹੈ। ਫਿਰ ਮੈਂ ਇਹ ਕੋਸ਼ਿਸ਼ ਵੀ ਕੀਤੀ ਉੱਥੇ ਜਾ ਕੇ ਵੀ ਚਲੋ ਲੀਡਰਸ਼ਿਪ ਜਿਵੇਂ ਕਹਿੰਦੀ ਹੈ। ਸਿੰਘੂ ਜਦੋਂ ਤੋਂ ਪਹੁੰਚੀ ਆ, ਖੇਤੀ ਸਿੰਘੂ ਜਿੱਦਾਂ ਦੀ ਗਏ ਆ, ਖੁਦ ਮੁਖਤਿਆਰੀ ਦੀਆਂ ਫੈਡਰਲ ਢਾਂਚੇ ਦੀ ਗੱਲ ਨਹੀਂ ਕੀਤੀ। ਜਦੋਂ ਗਾਂ ਕਿਸੇ ਨੇ ਸਵਾਲ ਪੁੱਛਿਆ ਉਦੋਂ ਹੀ ਕੀਤੀ ਆ, ਅਦਰਵਾਈਜ਼ ਨਹੀਂ ਕੀਤੀ ਗਈ ਕਦੇ ਜੀ। ਪਰ ਇਹੀ ਮੈਂ ਗੱਲ ਤੁਹਾਨੂੰ ਦੱਸ ਰਿਹਾ, ਜਦੋਂ ਤੱਕ ਸਾਨੂੰ ਸਿਰ ਜੋੜ ਕੇ ਬੈਠਣਾ ਨਹੀਂ ਆਊਗਾ, ਸੰਵਾਦ ਨਹੀਂ ਰਚਣਾ ਆਊਗਾ, ਜਦੋਂ ਤੱਕ ਅਸੀਂ ਸਿਰਫ ਵਿਵਾਦ 'ਚ ਹੀ ਰਹਾਂਗੇ ਜਾਂ ਸਾਨੂੰ ਵਿਵਾਦ ਖੜੇ ਕਰਨੇ ਆਉਣਗੇ, ਉਦੋਂ ਤੱਕ ਪੰਜਾਬ ਦੀ ਸਿਚੁਏਸ਼ਨ ਇੰਨੀ ਕੰਪਲੈਕਸ ਆ। ਇਸ ਸਿਚੁਏਸ਼ਨ ਨੂੰ ਜੇ ਅਸੀਂ ਇਹ ਕਹਾਂਗੇ, ਇੱਥੇ ਇੰਨੇ ਤਰ੍ਹਾਂ ਦੀਆਂ ਕੰਟਰਾਡਿਕਸ਼ਨਸ ਆ, ਇੰਨੇ ਤਰ੍ਹਾਂ ਦੇ ਕਨਫਲਿਕਟਸ ਆ ਆਪਸ 'ਚ, ਤੇ ਉਹ ਉਹਨਾਂ ਦਾ ਜਦੋਂ ਇੰਟਰੈਕਟ ਕਰਦੇ ਆ ਆਪਸ 'ਚ, ਉਦੋਂ ਜੋ ਉੱਥੋਂ ਕਨਫਿਊਜ਼ਨਸ ਨਿਕਲਦੀਆਂ, ਉਹਨੂੰ ਅੱਜ ਤੱਕ ਕਿਸੇ ਨੇ ਡੀਲ ਹੀ ਨਹੀਂ ਕੀਤਾ। You know, so we have to deal with a lot. It's not such a straight route, ਸਿੱਧਾ ਰਾਹ ਨਹੀਂ ਹੈ ਸਾਡੇ ਲਈ। You know, so ਇਸ ਕਰਕੇ ਸਾਨੂੰ ਇੱਕ ਦੂਜੇ ਨੂੰ ਪਹਿਲਾਂ ਤਾਂ ਸਿਰ ਜੋੜ ਕੇ ਬਹਿਣਾ, ਰਿਸਪੈਕਟ ਦੇਣੀ, ਮਿਊਚੁਅਲ ਰਿਸਪੈਕਟ ਹੋਣੀ, ਸਪੇਸ ਦੇਣੀ, ਇਹ ਬਹੁਤ ਜ਼ਰੂਰੀ ਹੈ ਸਾਡੇ ਲਈ। ਜੀ, ਜਿਹੜੇ ਤੁਹਾਨੂੰ ਹਾਲ ਦੀ ਘੜੀ ਪਸੰਦ ਨਹੀਂ ਕਰਦੇ, ਉਹਨਾਂ ਦੇ ਮਨ 'ਚ ਡਾਊਟ ਨੇ, ਉਹਨਾਂ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਈਏ ਔਰ ਤੁਹਾਡੇ ਭਾਵ ਜਾਣਨ ਦੀ ਕੋਸ਼ਿਸ਼ ਕਰੀਏ। ਔਰ ਸਭ ਤੋਂ ਵੱਡੀ ਚੀਜ਼ ਜਿਹੜੇ ਮੈਂ ਬੈਠੇ ਮੈਨੂੰ ਮਹਿਸੂਸ ਹੋਈ ਹੈ, ਅਗਰ 2x6 ਫੁੱਟ ਦੀ ਗੱਲ ਕਰਦੇ, ਉਹਦੇ 'ਚ ਰਹਿਣਾ 14 ਦਿਨ ਬਹੁਤ ਇੰਪੋਸੀਬਲ ਹੈ। ਕਿਉਂਕਿ ਅਗਰ ਬੰਦੇ ਨੇ ਕਮਰੇ ਵਿੱਚ ਵੀ ਬੰਦ ਕਰ ਦਿੱਤਾ ਜਾਵੇ ਤਾਂ ਬੰਦਾ ਇੱਕ ਦਿਨ 'ਚ ਤਾਂ ਪਾਗਲ ਹੋ ਜਾਂਦਾ, ਔਰ 14 ਦਿਨ ਰਹਿਣਾ ਆਪਣੇ ਵਿੱਚ ਬਹੁਤ ਵੱਡਾ ਸੰਘਰਸ਼ ਹੈ। ਚਲੋ, ਉਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਕਿਤੇ ਨਾ ਕਿਤੇ ਤੁਹਾਨੂੰ ਹੌਸਲਾ, ਉਹ ਅਧਿਆਤਮਕ ਗੱਲਾਂ ਹੀ ਉੱਥੇ ਤੁਹਾਡੇ ਨਾਲ ਨਿਭਦੀਆਂ, ਉੱਥੇ ਦੁਨਿਆਵੀ ਗੱਲਾਂ ਪਿੱਛੇ ਰਹਿ ਜਾਂਦੀਆਂ। ਚਲੋ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਮਿਲ ਕੇ। ਉਮੀਦ ਹੈ ਫਿਰ ਤੋਂ ਮਿਲਾਂਗੇ, ਔਰ ਤੁਸੀਂ ਚੜ੍ਹਦੀ ਕਲਾ 'ਚ ਰਹੋ, ਔਰ ਤੁਹਾਨੂੰ ਇਸੇ ਤਰ੍ਹਾਂ ਜਿਹੜਾ ਪੰਜਾਬ ਦੇ ਆਵਾਮ ਦੀ ਸਪੋਰਟ ਮਿਲਦੀ ਰਹੇ। ਥੈਂਕ ਯੂ ਸੋ ਮਚ। ਥੈਂਕ ਯੂ।